ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਹੁ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖਹੁ ਸ਼ਰਮਾ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖਹੁ ਸ਼ਰਮਾ। ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਸ੍ਰੀ ਰਾਗ ਮਹੱਲਾ ਤੀਜਾ। ਮਨਮੁਖ ਮੋਹਿ ਵਿਆਪਿਆ ਵੈਰਾਗ ਉਦਾਸੀ ਨ ਹੋਏ। ਸ਼ਬਦ ਨ ਚੀਨੈ ਸਦਾ ਦੁਖ ਹਰ ਦਰਗਹਿ ਪਤ ਖੋਏ। ਹਉਮੈ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ। ਮੇਰੇ ਮਨ ਅਹਨਿਸ ਪੂਰ ਰਹੀ ਨਿਤ ਆਸਾ। ਸਤਿਗੁਰ ਸੇਵ ਮੋਹ ਪਰ ਜਲੈ ਘਰ ਹੀ ਮਾਹੇ ਉਦਾਸਾ। ਮਨਮੁਖ ਮੋਹਿ ਵਿਆਪਿਆ ਵੈਰਾਗ ਉਦਾਸੀ ਨਾ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਕਾਲ ਪੁਰਖ ਅੰਤਰਜਾਮੀ ਲੋਕ ਪਰਲੋਕ ਦੇ ਰੱਖਿਅਕ ਸਦਾ ਸਹਾਈ ਸਦਬਖਸ਼ਿੰਦ ਸਦਾ ਮਿਹਰਬਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰ ਰਹਿਮਤ ਦਇਆ ਦਾ ਸਦਕਾ ਹਫ਼ਤਾਵਾਰੀ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਅੰਦਰ ਆਪ ਜੀ ਨੇ ਗੁਰਮੁਖ ਜਨਾਂ ਪਾਸੋਂ ਇਲਾਹੀ ਬਾਣੀ, ਸਤਿਗੁਰੂ ਦੇ ਦਰ ਦੀ ਬਾਣੀ, ਧੁਰ ਕੀ ਬਾਣੀ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸ੍ਰੀ ਮੁਖ ਦੀ ਬਾਣੀ, ਪਾਵਨ ਗੁਰਬਾਣੀ ਦਾ ਨਿਰਮੋਲ ਕੀਰਤਨ ਸਰਵਣ ਕੀਤਾ ਹੈ। ਸੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੀ ਕਥਾ, ਜੋ ਲੜੀਵਾਰ ਕਥਾ ਆਪਾਂ ਹਰੇਕ ਹਫ਼ਤੇ ਕਰਦੇ ਹਾਂ, ਸ੍ਰੀ ਰਾਗ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹ, ਤੀਸਰੇ ਗੁਰੂ ਨਾਨਕ ਸਾਹਿਬ ਪਾਵਨ ਸ਼ਬਦ ਉਚਾਰਨ ਕਰਦੇ ਹੈ। ਸ੍ਰੀ ਰਾਗ ਦੇ ਅੰਦਰ ਇਹ 41ਵਾਂ ਪਾਵਨ ਸ਼ਬਦ ਹੈ। ਗੁਰੂ ਮਹਾਰਾਜ ਸਾਹਿਬ ਜੀ ਨੇ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਗਤੀਆਂ ਬਖਸ਼ਿਸ਼ ਕੀਤੀਆਂ। ਮੇਰੇ ਮਨ ਅਹਨਸ ਪੂਰ ਰਹੀ ਨਿਤ ਆਸਾ, ਸਤਿਗੁਰ ਸੇਵ ਮੋਹ ਪਰ ਜਲੈ
ਘਰ ਹੀ ਮਾਹੇ ਉਦਾਸਾ। ਅਸੀਂ ਸਾਰੇ ਸੰਸਾਰ ਦੇ ਵਿੱਚ ਰਹਿੰਦੇ ਹਾਂ। ਜਦੋਂ ਵੀ ਕੋਈ ਕੰਮ ਧੰਦਾ, ਕੋਈ ਕਾਰਜ ਕਰੀਏ, ਹਰੇਕ ਕਾਰਜ ਦੀ ਜੇ ਸਫਲਤਾ ਨਾ ਹੋਵੇ ਤਾਂ ਅਸੀਂ ਯਤਨ ਕਰਦੇ ਹਾਂ ਕਿ ਲੱਭਿਆ ਜਾਵੇ ਕਿ ਜਿਹੜਾ ਕੰਮ ਅਸੀਂ ਸ਼ੁਰੂ ਕੀਤਾ ਹੈ ਜਾਂ ਜਿਹੜਾ ਕੰਮ ਅਸੀਂ ਕਰਮ ਕੋਈ ਕਰਦੇ ਹਾਂ ਉਹਦੇ ਵਿੱਚ ਵਿਘਨ ਕਿੱਥੇ ਪੈ ਰਿਹਾ, ਉਹ ਕਿਉਂ ਨਹੀਂ ਹੋ ਰਿਹਾ। ਇਸੇ ਢੰਗ ਦੇ ਨਾਲ ਹੀ ਸਾਡਾ ਇਹ ਮਨੁੱਖਾ ਜੀਵਨ ਹੈ। ਮਨੁੱਖਾ ਜੀਵਨ ਜਿਉਂਦੇ ਹੋਇਆਂ ਵੀ ਸਾਨੂੰ ਇਹ ਖਿਆਲ ਰੱਖਣਾ ਪੈਣਾ, ਸਾਨੂੰ ਧਿਆਨ ਕਰਨਾ ਪੈਣਾ, ਸਾਨੂੰ ਉਹਦੇ ਉੱਤੇ ਵਿਚਾਰ ਕਰਨੀ ਪੈਣੀ ਹੈ ਕਿ ਸਾਨੂੰ ਜੀਵਨ ਦੀ ਸਫਲਤਾ ਵਾਸਤੇ ਸਾਡੇ ਅੰਦਰ ਉਦਮ, ਸਾਡੇ ਅੰਦਰ ਖਿਆਲ, ਸਾਡੇ ਅੰਦਰ ਵਿਚਾਰ ਕਿਉਂ ਨਹੀਂ ਪੈਦਾ ਹੋ ਰਿਹਾ। ਅਸੀਂ ਜੀਵਨ ਦੀ ਸਫਲਤਾ ਵਾਸਤੇ ਤੁਰ ਕਿਉਂ ਨਹੀਂ ਰਹੇ, ਸਾਨੂੰ ਕਿਸ ਚੀਜ਼ ਨੇ ਰੋਕਿਆ ਹੋਇਆ। ਕਿਸੇ ਆਦਮੀ ਨੂੰ ਜਿਹੜਾ ਰਸਤੇ ਤੇ ਤੁਰਿਆ ਜਾਂਦਾ ਹੋਵੇ, ਉਸ ਨੂੰ ਤੁਰੇ ਜਾਂਦੇ ਨੂੰ ਰੋਕ ਕੇ ਕਿਸੇ ਦਰਖਤ ਦੇ ਨਾਲ, ਕਿਸੇ ਥੰਮਲੇ ਦੇ ਨਾਲ ਕਿਸੇ ਥਾਂ ਬੰਨ੍ਹ ਦੇਵੋ ਜਾਂ ਉਹਦੇ ਪੈਰ ਬੰਨ੍ਹ ਦੇਵੋ, ਤਾਂ ਕਿ ਉਹ ਜਿਹੜਾ ਰਸਤੇ ਤੇ ਤੁਰ ਰਿਹਾ ਸੀ ਉਹਦੇ ਪੈਰ ਬੰਨ੍ਹਣ ਦੇ ਨਾਲ ਉਹਦਾ ਰਸਤਾ ਰੁਕ ਗਿਆ। ਜਦੋਂ ਕੋਈ ਆਦਮੀ ਉਹਨੂੰ ਲੰਬੇ ਸਮੇਂ ਬਾਅਦ ਉਹਦੇ ਪੈਰ ਖੋਲ੍ਹੇ ਗਏ ਤੇ ਆਪਣੀ ਮੰਜ਼ਿਲ ਤੇ ਗਿਆ, ਉਹਨੂੰ ਪੁੱਛਿਆ ਗਿਆ ਕਿ ਰਸਤਾ ਬੜੇ ਥੋੜ੍ਹੇ ਸਮੇਂ ਦਾ ਸੀ, ਪਰ ਤੂੰ ਇੰਨਾ ਲੰਬਾ ਸਮਾਂ ਰਾਹ ਦੇ ਵਿੱਚ ਸਮਾਂ ਬਤੀਤ ਕਰਕੇ ਆਇਆ, ਤੂੰ ਪਹੁੰਚਿਆ ਨਹੀਂ ਸਮੇਂ ਦੇ ਨਾਲ। ਤਾਂ ਉਹ ਜਵਾਬ ਦੇਵੇਗਾ, ਮੇਰੇ ਪੈਰਾਂ ਨੂੰ ਬੰਧਨ ਪੈ ਗਏ ਸਨ, ਮੇਰੇ ਪੈਰ ਬੰਨ੍ਹੇ ਗਏ ਸਨ, ਜਿਸ ਕਰਕੇ ਮੈਂ ਰਸਤਾ ਤੈਅ ਨਹੀਂ ਕਰ ਸਕਿਆ, ਮੇਰਾ ਰਸਤਾ ਰੁਕ ਗਿਆ। ਹੁਣ ਸਾਡੇ ਅੰਦਰ ਪ੍ਰੇਮ ਕਿਉਂ ਨਹੀਂ ਪੈਦਾ ਹੁੰਦਾ, ਸਾਡੇ ਅੰਦਰ ਬੈਰਾਗ ਕਿਉਂ ਨਹੀਂ ਪੈਦਾ ਹੁੰਦਾ। ਅਸੀਂ ਇਸ ਸੰਸਾਰ ਦੇ ਧੰਦਿਆਂ ਤੋਂ, ਸੰਸਾਰ ਦਾ ਦੁੱਖ ਵੀ ਸਹਿ ਰਹੇ ਹਾਂ, ਅੰਦਰ ਸਾਡਾ ਦੁਖੀ ਵੀ ਹੋ ਰਿਹਾ ਹੈ, ਸਾਡਾ ਮਨ ਵੀ ਪਛਤਾਵੇ ਵਿੱਚ ਹੈ। ਅਸੀਂ ਪਛਤਾਵੇ ਵਿੱਚ ਰਹਿੰਦੇ ਹੋਏ, ਦੁਖੀ ਰਹਿੰਦੇ ਹੋਏ, ਕਲਪਨਾ ਦੇ ਵਿੱਚ, ਚਿੰਤਾ ਦੇ ਵਿੱਚ ਜ਼ਿੰਦਗੀ ਜਿਉਂਦੇ ਹੋਏ ਸੰਗਤ ਜੀ, ਫਿਰ ਵੀ ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਅੰਦਰ ਪ੍ਰੇਮ, ਬੈਰਾਗ, ਸਾਡੇ ਅੰਦਰ ਉਪਰਾਮਤਾ ਕਿਉਂ ਨਹੀਂ ਪੈਦਾ ਹੁੰਦੀ। ਅਸੀਂ ਦੁਖੀ ਵੀ ਹਾਂ, ਚਿੰਤਾਤੁਰ ਵੀ ਹਾਂ, ਅਸੀਂ ਪਛਤਾ ਵੀ ਰਹੇ ਹਾਂ। ਕਿਹੜੀ ਐਸੀ ਚੀਜ਼ ਹੈ ਜਿਹਦੇ ਕਾਰਨ ਅਸੀਂ ਪ੍ਰੇਮ ਦੇ ਰਾਹ 'ਤੇ ਨਹੀਂ ਤੁਰ ਸਕਦੇ, ਜਿਹਦੇ ਕਾਰਨ ਅਸੀਂ ਬੈਰਾਗ ਦੇ ਰਾਹ 'ਤੇ ਨਹੀਂ ਤੁਰ ਸਕਦੇ, ਜਿਹਦੇ ਕਾਰਨ ਅਸੀਂ ਇਹ ਜਿਹੜੇ ਧੰਦਿਆਂ ਦੀ ਉਪਰਾਮਤਾ ਉਹ ਨਹੀਂ ਪੈਦਾ ਹੋ ਸਕਦੀ। ਪਰ ਨਹੀਂ, ਸਾਡੇ ਅੰਦਰ ਇਹੋ ਜਿਹਾ ਰਾਮ ਰੌਲਾ ਪੈਦਾ ਹੋ ਗਿਆ ਕਹਿ ਲਓ, ਜਾਂ ਅਸੀਂ ਇੰਨੇ ਲਾਪਰਵਾਹ ਤੇ ਬੇਪਰਵਾਹ ਹੋ ਗਏ ਹਾਂ, ਸਾਡੀ ਸੁਰਤ ਇੰਨੀ ਗੁਆਚ ਚੁੱਕੀ ਹੈ ਕਿ ਸਾਨੂੰ ਖਿਆਲ ਹੀ ਨਹੀਂ ਕਿਹੜੇ ਉਹ ਜਿਹੇ ਬੰਧਨ ਹਨ ਜਿਨ੍ਹਾਂ ਕਰਕੇ ਅਸੀਂ ਇਹ ਆਤਮਾ ਪਰਮਾਤਮਾ ਦੇ ਮਿਲਾਪ ਦੇ ਰਸਤੇ ਤੇ ਤੁਰ ਨਹੀਂ ਰਹੇ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਜ਼ਰੂਰ ਜਾਪਦਾ ਇਸ ਤਰ੍ਹਾਂ ਕਿ ਸਵਾਲ ਕੀਤਾ ਹੋਵੇਗਾ ਕਿ ਉਦਾਸ ਰਹਿਣ ਵਾਸਤੇ, ਬੈਰਾਗ ਪੈਦਾ ਕਰਨ ਵਾਸਤੇ, ਫਿਰ ਪ੍ਰੇਮ ਪੈਦਾ ਕਰਨ ਵਾਸਤੇ ਜੰਗਲਾਂ ਵਿੱਚ ਰਹਿਣਾ ਪਵੇਗਾ, ਘਰ-ਬਾਰ ਛੱਡਣਾ ਪਵੇਗਾ, ਘਰ-ਬਾਰ ਤਿਆਗ ਕੇ, ਪਰਿਵਾਰ ਨੂੰ ਤਿਆਗ ਕੇ, ਸੰਸਾਰ ਨੂੰ ਤਿਆਗ ਕੇ ਜਾ ਕੇ ਜੰਗਲਾਂ 'ਚ ਇਕਾਂਤ ਵਿੱਚ ਰਹਿਣਾ ਪਵੇਗਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਹ ਸਿੱਖਾਂ ਨੂੰ, ਸੰਗਤ ਨੂੰ ਇਹ ਪਾਵਨ ਉਪਦੇਸ਼ ਦ੍ਰਿੜ ਕਰਵਾਇਆ ਕਿ ਭਾਈ, ਘਰ-ਬਾਰ ਛੱਡਣਾ, ਪਰਿਵਾਰ ਨੂੰ ਤਿਆਗਣਾ, ਸੰਸਾਰ ਦੀ ਕਿਰਤ ਨੂੰ ਤਿਆਗ ਕੇ ਦੌੜ ਜਾਣਾ, ਇਹ ਨਹੀਂ ਠੀਕ।
ਘਰ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਆਪਣੇ ਪਰਿਵਾਰ ਦੇ ਨਾਲ ਰਹਿੰਦਿਆਂ ਹੋਇਆਂ, ਆਪਦੀ ਕਿਰਤ ਕਰਦਿਆਂ ਹੋਇਆਂ, ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੋਇਆਂ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਗੁਰਬਾਣੀ ਵਿੱਚ ਉਪਦੇਸ਼ ਬਖਸ਼ਿਆ ਹੈ। ਹਾਥ ਪਾਓ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ ਤੇ ਚਿੱਤ ਨਿਰੰਜਨ ਵਾਹਿਗੁਰੂ ਪਰਮੇਸ਼ਰ ਨਾਲ ਜੋੜ ਕੇ ਰੱਖਣਾ ਹੈ। ਉਠਾਂਦਿਆਂ ਬਹਾਂਦਿਆਂ, ਪਹਿਨੰਦਿਆਂ ਖਲੰਦਿਆਂ ਵਿੱਚੇ ਹੋਵੈ ਮੁਕਤ। ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਥੇ ਅੱਜ ਇਹ ਦ੍ਰਿਸ਼ਟਾਂਤ ਦਿੱਤਾ, ਭਾਈ ਕਿਹੜੇ ਬੰਧਨ ਹੈ ਜਿਹੜੇ ਤੈਨੂੰ ਬੈਰਾਗ ਵਿੱਚ ਲਿਪਤ ਨਹੀਂ ਹੋਣ ਦਿੰਦੇ, ਉਦਾਸ ਵਿੱਚ ਲਿਪਤ ਨਹੀਂ ਹੋਣ ਦਿੰਦੇ, ਪ੍ਰੇਮ ਦਾ ਰਸ ਨਹੀਂ ਪੈਦਾ ਹੋਣ ਦਿੰਦੇ, ਕਿਹੜੇ ਉਹ ਜਿਹੇ ਬੰਧਨ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਰਹਿਮ ਕੀਤਾ, ਕਹਿਣ ਲੱਗੇ ਮੇਰੇ ਮਨ ਅਹਨਸ ਪੂਰ ਰਹੀ ਨਿਤ ਆਸਾ। ਐ ਮੇਰੇ ਮਨਾ, ਦਿਨ ਰਾਤ ਔਰ ਸਦਾ ਹੀ ਇਹ ਤੇਰੀ ਆਸਾ ਪੂਰੀ ਹੋ ਰਹੀ ਹੈ। ਦਿਨ ਰਾਤ ਸਦਾ ਹੀ ਵਾਹਿਗੁਰੂ ਪਰਮੇਸ਼ਰ ਤੇਰੀ ਆਸਾ ਪੂਰ ਰਿਹਾ ਹੈ, ਪੂਰੀਆਂ ਕਰ ਰਿਹਾ ਹੈ। ਪਰ ਤੈਨੂੰ ਕੀ ਕਰਨਾ ਚਾਹੀਦਾ? ਸਤਿਗੁਰ ਸੇਵ ਮੋਹ ਪਰ ਜਲੈ, ਘਰ ਹੀ ਮਾਹੇ ਉਦਾਸਾ। ਇਹ ਆ ਗੱਲ। ਕਹਿੰਦੇ ਜੀਵ ਨੂੰ ਮੋਹ ਦੇ ਬੰਧਨ ਪਏ ਹੋਏ ਹੈ। ਮੋਹ ਦੇ ਬੰਧਨਾਂ ਨੇ, ਮੋਹ ਦੇ ਸੰਗਲਾਂ ਨੇ ਇਹਨੂੰ ਜਕੜਿਆ ਹੋਇਆ ਹੈ। ਹੁਣ ਸਾਨੂੰ ਪਤਾ ਕਿਵੇਂ ਲੱਗੇ ਵੀ ਮੋਹ ਕੀ ਹੁੰਦਾ ਹੈ? ਮੋਹ ਤੇ ਪ੍ਰੇਮ ਦੇ ਵਿੱਚ ਫਰਕ ਹੈ। ਮੋਹ ਉਹਨੂੰ ਕਹਿੰਦੇ ਆ ਜਿਸ ਮੋਹ ਦੇ ਟੁੱਟ ਜਾਣ ਨਾਲ ਸਾਨੂੰ ਦੁੱਖ ਹੋਵੇ। ਪ੍ਰੇਮ ਉਹ ਹੈ ਜਿਸ ਨੂੰ ਰਹਿੰਦਿਆਂ ਹੋਇਆਂ ਵੀ ਤੇ ਨਾ ਰਹਿੰਦਿਆਂ ਹੋਇਆਂ ਵੀ ਅੰਦਰ ਸੁੱਖ ਰਵੇ। ਫਰਕ ਕੀ ਹੈ? ਮੋਹ ਸਾਡਾ ਸਵਾਰਥ ਦੀ ਨੀਂਹ ਤੇ ਖੜਾ ਹੈ। ਪ੍ਰੇਮ ਜਿਹੜਾ ਉਹ ਨਿਰਸਵਾਰਥ ਦੀ ਨੀਂਹ ਦੇ ਉੱਤੇ ਉਸਰਿਆ ਹੋਇਆ ਹੈ। ਮੋਹ ਸਾਡਾ ਸਵਾਰਥ ਦੀ ਨੀਂਹ ਦੇ ਉੱਤੇ ਉਸਰਿਆ ਹੋਇਆ। ਫਿਰ ਜਿਹੜਾ ਪ੍ਰੇਮ ਹੈ ਉਹ ਨਿਰਸਵਾਰਥ ਦੀ ਨੀਂਹ ਦੇ ਉੱਤੇ ਉਸਰਿਆ ਹੋਇਆ। ਚਾਹੇ ਸਾਡਾ ਪਰਿਵਾਰ ਹੋਵੇ, ਚਾਹੇ ਰਿਸ਼ਤੇਦਾਰ ਹੋਣ, ਚਾਹੇ ਨਿੱਜੀ ਤੌਰ 'ਤੇ ਸਾਡੇ ਆਪਣੇ ਜਿੱਥੇ ਜਿੱਥੇ ਕਿਸੇ ਦਾ ਕੋਈ ਸੰਬੰਧ ਹੈ ਉਹ ਹੋਣ। ਹਰ ਇੱਕ ਸੰਸਾਰਕ ਸੰਬੰਧ ਸਰੀਰ ਦਾ ਜੋ ਸਰੀਰ ਨਾਲ ਹੈ ਉਹ ਸਵਾਰਥ ਕਰਕੇ ਹੈ। ਬੱਚਿਆਂ ਦੇ ਨਾਲ ਸਾਡਾ ਸਵਾਰਥ ਹੈ ਕਿ ਸਾਨੂੰ ਸੁੱਖ ਦੇਣਗੇ, ਜਵਾਨ ਹੋਣਗੇ, ਵੱਡੇ ਹੋਣਗੇ, ਕਮਾਈ ਕਰਨਗੇ, ਧਨ ਕਮਾਉਣਗੇ। ਜੋ ਅਸੀਂ ਚਾਹੁੰਦੇ ਹਾਂ ਓਨੇ ਅਮੀਰ ਹੋਣਗੇ, ਉਹਨਾਂ ਧਨ ਕਮਾਉਣਗੇ ਤੇ ਸਾਡੀ ਪ੍ਰਤਿਪਾਲਨਾ ਕਰਨਗੇ, ਸਾਡੀ ਸੇਵਾ ਕਰਨਗੇ। ਉਸ ਮੋਹ ਦੇ ਸੰਗਲ ਵਿੱਚ ਬੱਝੇ ਹੋਏ ਅਸੀਂ ਉਹਨਾਂ ਦੇ ਨਾਲ ਜ਼ਿੰਦਗੀ ਜਿਉਂਦੇ ਰਹਿੰਦੇ ਹਾਂ। ਤੇ ਜਦੋਂ ਸਾਡੀ ਜਿਹੜੀ ਆਸਾ ਹੁੰਦੀ ਹੈ ਅੰਦਰ, ਜੋ ਸਾਡੀ ਅੰਦਰ ਭਾਵਨਾ ਹੁੰਦੀ ਹੈ, ਜਦੋਂ ਕੁਝ ਉਹਦੇ ਇੱਧਰ ਉਹਦੇ ਹਿਲਦਾ, ਫਿਰ ਅਸੀਂ ਸੰਗਤ ਜੀ ਦੁਖੀ ਹੁੰਦੇ ਹਾਂ। ਫਿਰ ਅਸੀਂ ਕਹਿੰਦੇ ਹਾਂ ਕਿ ਬੜੀ ਮਿਹਨਤ ਕਰਕੇ, ਬੜੇ ਔਖੇ ਹੋ ਕੇ, ਬੜੇ ਮਾੜੇ ਦਿਨ ਕੱਟ ਕੇ, ਬੜਾ ਗਰੀਬੀ ਵਿੱਚ ਗੁਜ਼ਾਰਾ ਕਰਕੇ ਬੱਚਿਆਂ ਨੂੰ ਅਸੀਂ ਪਾਲਿਆ, ਪਰ ਲੇਕਿਨ ਉਹ ਸਾਡੇ ਆਖੇ ਨਹੀਂ ਲੱਗਦੇ, ਸਾਡੇ ਅਨੁਸਾਰ ਨਹੀਂ ਚੱਲਦੇ, ਸਾਡੇ ਅਨੁਕੂਲ ਨਹੀਂ ਹਨ, ਸਾਡੇ ਨਾਲ ਤਾਲਮੇਲ ਉਹਨਾਂ ਦਾ ਠੀਕ ਨਹੀਂ। ਪਰ ਨਹੀਂ, ਅਸਲ ਵਿੱਚ ਅਸੀਂ ਉਹ ਮੋਹ ਦੇ ਸੰਗਲ ਵਿੱਚ ਬੱਝੇ ਹੋਏ ਸੀ। ਉਹ ਮੋਹ ਦਾ ਸੰਗਲ ਜਿਹੜਾ ਸੀ ਉਹਨੇ ਸਾਨੂੰ ਉਹਨਾਂ ਨਾਲ ਬੰਨ੍ਹ ਕੇ ਰੱਖਿਆ। ਉਹ ਅਸਲ ਵਿੱਚ ਨਿੱਜੀ ਤੌਰ 'ਤੇ ਸਾਡੀ ਮੰਜ਼ਿਲ ਸਵਾਰਥ ਸੀ। ਉਹ ਸਵਾਰਥ ਕਾਰਨ ਅਸੀਂ ਉਹ ਮੋਹ ਦੇ ਸੰਗਲ ਨਾਲ ਬੱਝੇ ਰਹੇ। ਉਹ ਸਾਡੇ ਅਨੁਸਾਰ ਜਿਵੇਂ ਅਸੀਂ ਚਾਹੁੰਦੇ ਸਾਂ ਉਵੇਂ ਉਹ ਸਵਾਰਥ ਪੂਰਾ ਨਹੀਂ ਹੋਇਆ, ਜਿਸ ਕਰਕੇ ਉਹ ਫਿਰ ਦੁੱਖ ਲੱਗਿਆ ਸਾਨੂੰ। ਅਸੀਂ ਦੁਖੀ ਹੋਏ ਵੀ ਇਹ ਪੂਰਾ ਨਹੀਂ ਹੋਇਆ ਜਿਵੇਂ ਅਸੀਂ ਚਾਹੁੰਦੇ ਹਾਂ। ਐਸਾ ਹੀ ਜਿੱਥੇ ਜਿੱਥੇ ਰਿਸ਼ਤੇਦਾਰ
ਸਾਡਾ ਮਾਤਾ ਪਿਤਾ ਨਾਲ ਸਭ ਥਾਈਂ ਜਿੱਥੇ ਜਿੱਥੇ ਵੀ ਅਸੀਂ ਜੁੜੇ ਹਾਂ, ਕਿਸੇ ਨਾ ਕਿਸੇ ਕਾਰਨ ਕਰਕੇ, ਸਵਾਰਥ ਕਰਕੇ ਜੁੜੇ ਹਾਂ। ਜਦੋਂ ਸਵਾਰਥ ਟੁੱਟਦਾ ਹੈ ਤੇ ਮੋਹ ਟੁੱਟਦਾ ਹੈ, ਫਿਰ ਅਸੀਂ ਦੁਖੀ ਹੁੰਦੇ ਹਾਂ। ਦੂਸਰੇ ਪਾਸੇ ਗੱਲ ਹੈ ਪ੍ਰੇਮ ਦੀ, ਕਿ ਜਿੱਥੇ ਸਾਡਾ ਪ੍ਰੇਮ ਹੋਵੇ, ਪ੍ਰੇਮ ਉਹਨੂੰ ਕਿਹਾ ਜਾਂਦਾ ਜਿਹੜਾ ਨਿਰਸਵਾਰਥ ਹੋਵੇ, ਜਿਹਦੇ ਵਿੱਚ ਸਵਾਰਥ ਕੋਈ ਨਹੀਂ ਹੈ। ਬਸ ਉਸ ਪ੍ਰੇਮ ਦਾ ਰਸ ਹੈ ਸਾਡੇ ਅੰਦਰ। ਨਿਰਸਵਾਰਥ ਹੋ ਕੇ ਜਿਹੜਾ ਪ੍ਰੇਮ ਕਰਨਾ, ਉਹਦਾ ਰਸ ਆਵੇਗਾ। ਜਿਹੜਾ ਸਵਾਰਥ ਵਸ ਹੈ ਉਹ ਪ੍ਰੇਮ ਨਹੀਂ, ਤੇ ਉਹਦਾ ਰਸ ਵੀ ਕੋਈ ਨਹੀਂ। ਤੇ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ, ਕਿਸੇ ਦਿਨ ਉਹ ਬੇਰਸੀ ਸਾਨੂੰ ਸਹਿਣੀ ਪਵੇਗੀ, ਉਹ ਬੇਰਸੀ ਸਾਨੂੰ ਝੱਲਣੀ ਪਵੇਗੀ, ਉਹ ਦੁੱਖ ਸਾਨੂੰ ਝੱਲਣਾ ਪਵੇਗਾ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਕਿਹਾ, ਸਤਿਗੁਰ ਸੇਵ ਮੋਹ ਪਰਜਲੈ। ਭਾਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੇਵ, ਜਾਂ ਗੁਰੂ ਅਮਰਦਾਸ ਸਤਿਗੁਰੂ ਸਾਹਿਬ ਜੀ, ਧੰਨ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਦੇ ਤਾਈਂ ਕਹਿੰਦੇ ਸਤਿਗੁਰ ਸੇਵ। ਅਸੀਂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ, ਉਹਨਾਂ ਦੇ ਸਰੂਪ ਨੂੰ ਅਰਾਧਿਆ। ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਸਾਨੂੰ ਦਿੱਤੀ, ਉਸ ਨਾਮੀ ਦਾ ਨਾਮ ਸਤਿਗੁਰੂ ਨੇ ਸਾਨੂੰ ਬਖਸ਼ਿਆ, ਅਸੀਂ ਉਹ ਨਾਮ ਨੂੰ ਅਰਾਧਿਆ। ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਦੀ ਸੇਵਾ ਕੀਤੀ, ਮੋਹ ਪਰ ਜਲੈ, ਤੇ ਜਿਹੜਾ ਇਹ ਮੋਹ ਦਾ ਸੰਗਲ ਸੀ ਉਹ ਜਲ ਗਿਆ, ਉਹ ਟੁੱਟ ਗਿਆ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਦੋਂ ਅਸੀਂ ਹੁਕਮ ਦੀ ਗੱਲ ਕਰਦੇ ਨਾ, ਉਸ ਵੇਲੇ ਹੁਕਮ ਦੀ ਅੰਥਾ ਜਿਹੜੀ ਕਹਿ ਲਓ, ਅੰਤ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਨੇ ਕਰਾਇਆ ਕਿ ਐਸੇ ਹੁਕਮੀ ਹੋ ਕੇ ਰਹਿਣਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਜਦੋਂ ਆਏ, ਬਜ਼ੁਰਗ ਸਰੀਰ ਹੈ, 70-72 ਸਾਲ ਦੀ ਉਮਰ ਹੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਰੋਜ਼ ਖਡੂਰ ਸਾਹਿਬ ਤੋਂ ਬਿਆਸ ਦਰਿਆ ਦੇ ਕਿਨਾਰੇ ਤੇ ਜਾਂਦੇ ਤੇ ਗਾਗਰ ਭਰ ਕੇ ਲੈ ਕੇ ਆਉਂਦੇ, ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਸ਼ਨਾਨ ਕਰਾਉਂਦੇ। ਤੇ ਹੁਕਮ ਵਿੱਚ ਐਸੇ ਰਹਿੰਦੇ ਕਿ ਮਨ ਨੂੰ ਇਸ ਗੱਲ ਤੇ ਮਨਾਇਆ ਹੋਇਆ ਕਿ ਗੁਰੂ ਮਹਾਰਾਜ ਸਾਹਿਬ ਜੀ ਵੱਲ ਪਿੱਠ ਨਹੀਂ ਕਰਨੀ, ਕਿ ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਪਾਤਸ਼ਾਹਾਂ ਦੇ ਪਾਤਸ਼ਾਹ ਹਨ, ਗੁਰੂ ਮਹਾਰਾਜ ਸਾਹਿਬ ਜੀ ਰਾਜਿਆਂ ਦੇ ਰਾਜੇ ਹਨ, ਲੋਕ ਪਰਲੋਕ ਦੇ ਸਹਾਈ ਹਨ, ਸੱਚਖੰਡ ਦੇ ਮਾਲਕ ਹਨ। ਐਸੀ ਅੰਦਰ ਭਾਵਨਾ ਜਾਗੀ ਕਿ ਗੁਰੂ ਮਹਾਰਾਜ ਸਾਹਿਬ ਜੀ ਵੱਲ ਪਿੱਠ ਨਹੀਂ ਹੋਣੀ ਚਾਹੀਦੀ, ਸਦਾ ਮੁਖ ਹੋਣਾ ਚਾਹੀਦਾ। ਜੇ ਇਸ ਨੂੰ ਅੰਤਰੀ ਭਾਵ ਵਿੱਚ ਤੁਸੀਂ ਲਵੋ ਤਾਂ ਹਮੇਸ਼ਾ ਸਿੱਖ ਦਾ ਫਰਜ਼ ਬਣਦਾ ਗੁਰੂ ਦੇ ਸਨਮੁਖ ਰਵੇ। ਸਨਮੁਖ ਦਾ ਮਤਲਬ ਗੁਰੂ ਦੇ ਵੱਲ ਸਦਾ ਸਿੱਖ ਦਾ ਮੁਖ ਰਵੇ। ਤੇ ਜੇ ਹੁਣ ਸਿੱਖ ਦਾ ਮੁਖ ਕਿਵੇਂ ਰਵੇ, ਹੁਣ ਅਸੀਂ ਇੱਥੋਂ ਚਲੇ ਜਾਣਾ ਗੁਰਦੁਆਰਾ ਸਾਹਿਬ ਤੋਂ, ਸਾਨੂੰ ਕਿਵੇਂ ਪਤਾ ਲੱਗੂਗਾ ਗੁਰਦੁਆਰਾ ਸਾਹਿਬ ਕਿਹੜੀ ਦਿਸ਼ਾ ਵੱਲ ਆ ਵੀ ਸਾਡਾ ਮੁਖ ਰਵੇ, ਪਿੱਠ ਨਾ ਹੋਵੇ? ਨਹੀਂ, ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਆਪਾਂ ਆਨੰਦ ਸਾਹਿਬ ਜੀ ਦੀ ਪੜ੍ਹਦੇ ਨਿਤਨੇਮ ਦੇ ਵਿੱਚ, ਤਾਂ ਜਦੋਂ ਅਸੀਂ ਨਿਤਨੇਮ ਕਰਦੇ ਧਿਆਨ ਰੱਖਣਾ ਚਾਹੀਦਾ ਸਾਨੂੰ ਕਿ ਜਦੋਂ ਬਾਣੀ ਪੜ੍ਹਦੇ ਕਿਹੜੀਆਂ ਕਿਹੜੀਆਂ ਗੱਲਾਂ ਗੁਰੂ ਸਾਹਿਬ ਨਾਲ ਅਸੀਂ ਕੀਤੀਆਂ ਅੱਜ ਨਿਤਨੇਮ ਵਿੱਚ, ਤੇ ਉਹ ਕਿੰਨੀਆਂ ਗੱਲਾਂ ਮਹਾਰਾਜ ਸਾਹਿਬ ਨਾਲ ਕੀਤੀਆਂ ਸਾਨੂੰ ਯਾਦ ਹਨ। ਰੋਜ਼ ਨਿਤਨੇਮ ਕਰਦਿਆਂ ਗੁਰੂ ਮਹਾਰਾਜ ਸਾਹਿਬ ਜੀ ਨਾਲ ਜਿਹੜੀ ਸਾਡੀ ਸੰਗਤ ਜੀ ਵਾਰਤਾਲਾਪ ਹੁੰਦੀ ਹੈ ਨਾ, ਉਹਦੇ ਵਿੱਚੋਂ ਇੱਕ ਗੱਲ ਵੀ ਅਸੀਂ ਯਾਦ ਰੱਖੀ ਜਾਈਏ ਰੋਜ਼ 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 ਰੋਜ਼। ਪੂਰੇ ਸਾਲ 'ਚ 365 ਦਿਨ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ 365 ਬਚਨ, ਗੁਰੂ ਮਹਾਰਾਜ ਸਾਹਿਬ ਜੀ ਦੇ 365 ਹੁਕਮ ਸਾਨੂੰ ਯਾਦ ਹੋ ਜਾਣਗੇ। ਤੇ ਜੀਵਨ ਜਿਉਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਤਾਂ ਇੱਕ ਸ਼ਬਦ ਤੱਕ ਕਿਹਾ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਤੇ ਜਿਹਦੇ ਕੋਲੇ ਗੁਰੂ ਮਹਾਰਾਜ ਸਾਹਿਬ ਜੀ ਦੇ 365 ਹੁਕਮ ਹਨ ਤੇ ਉਹ ਕਹਿਣਾ ਨਹੀਂ ਪਵੇਗਾ ਕਿ ਸਤਿਗੁਰੂ ਵਿੱਚ ਅਭੇਦ ਨਹੀਂ ਹੋਵੇਗਾ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਦੇ ਬਚਨ ਹੈ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਉ ਰਹਿ ਗੁਰ ਨਾਲੇ। ਸਾਡਾ ਚਿੱਤ ਸਦਾ ਗੁਰੂ ਦੇ ਨਾਲ ਰਵੇ,
ਸਾਨੂੰ ਗੁਰੂ ਸਦਾ ਯਾਦ ਰਵੇ, ਸਾਡੀ ਸੁਰਤ ਵਿੱਚ ਉਹ ਗੁਰੂ ਭੁੱਲੇ ਨਾ। ਦੇਖੋ, ਸੁਰਤ ਦਾ ਕੰਮ ਹੈ ਕਿ ਸੁਰਤ ਤੇ ਫਿਰ ਸਮਝ ਤੇ ਲੱਗਣਾ, ਸੁਰਤ ਦੀ ਨਿਰਮਾਇਲਤਾ, ਸੁਰਤ ਦੀ ਨਿਰਮਲਤਾ, ਸੁਰਤ ਦੇ ਰਾਹੀਂ ਸੁਰਤ ਦਾ ਲੱਗਣਾ, ਫਿਰ ਸਮਝਣਾ, ਫਿਰ ਸੁਰਤ ਦੀ ਨਿਰਮਲਤਾ। ਇਹ ਸਾਡੇ ਸਭ ਕੋਲੇ ਹੋਣੇ ਚਾਹੀਦੇ ਹੈ ਕਿ ਇੱਕ ਸੁਰਤ ਲੱਗੀ ਹੋਵੇ, ਫਿਰ ਸਾਡੇ ਕੋਲੇ ਸਮਝ ਹੋਵੇ, ਫਿਰ ਸੁਰਤ ਦੀ ਨਿਰਮਲਤਾ ਹੀ ਹੋਵੇ, ਸੁਰਤ ਨਿਰਮਲ ਹੋਵੇ। ਮਹਾਰਾਜ ਸਾਹਿਬ ਜੀ ਕਹਿੰਦੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹਿ ਗੁਰ ਨਾਲੇ, ਚਿੱਤ ਸਦਾ ਗੁਰੂ ਦੇ ਨਾਲ ਰਵੇ। ਫਿਰ ਗੁਰ ਕੇ ਚਰਨ ਹਿਰਦੈ ਧਿਆਏ, ਗੁਰੂ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਹਿਰਦੇ ਦੇ ਵਿੱਚ ਸਦਾ ਧਿਆਉਂਦਾ ਰਵੇ, ਗੁਰੂ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਹਿਰਦੇ ਦੇ ਵਿੱਚ ਕਮਾਉਂਦਾ ਰਵੇ। ਅਸੀਂ ਕੋਈ ਵੀ ਕੰਮ ਸੰਸਾਰ ਤੇ ਕਰਦੇ ਹਾਂ ਨਾ, ਜਦੋਂ ਉਸ ਕੰਮ ਬਾਰੇ ਅਸੀਂ ਸਿੱਖਦੇ ਵੀ ਹਾਂ, ਜਿਸ ਕੰਮ ਬਾਰੇ ਅਸੀਂ ਸਿੱਖਿਆ ਹੋਵੇ ਤੇ ਸਾਨੂੰ ਪਤਾ ਹੁੰਦਾ ਕਿ ਇਹ ਕੰਮ ਕਰਨ ਲੱਗਿਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਨੁਕਸਾਨ ਕਰ ਸਕਦੀਆਂ, ਬਟਨ ਬੰਦ ਕਰੋ ਜੀ। ਆ ਕਹੋ ਕੌਣ ਸਿੰਘ ਗੱਲਾਂ ਕਰਦਾ, ਉਹਦੀ ਆਵਾਜ਼ ਇੱਥੇ ਤੱਕ ਆਈ ਜਾਂਦੀ ਹੈ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਉਹ ਗੁਰੂ ਜੀ ਦਾ ਜਿਹੜਾ ਸਤਿਗੁਰੂ ਜੀ ਦਾ ਉਪਦੇਸ਼ ਹੈ ਨਾ, ਜਿਹੜਾ ਉਹਨੂੰ ਸਦਾ ਧਿਆਉਂਦੇ। ਹੁਣ ਧਿਆਈਏ ਕਿਵੇਂ? ਜਿਵੇਂ ਸਾਨੂੰ ਪਤਾ ਅਸੀਂ ਕੋਈ ਵੀ ਕੰਮ ਕਰਦੇ, ਚਾਹੇ ਅਸੀਂ ਤੁਰਦੇ ਹੀ ਹਾਂ ਤਾਂ ਅਸੀਂ ਖਿਆਲ ਰੱਖਦੇ ਸਾਡਾ ਪੈਰ ਕਿਸੇ ਟੋਏ 'ਚ ਨਾ ਪੈ ਜਾਵੇ, ਪੈਰ ਵਿੱਚ ਕੋਈ ਠੇਡਾ ਨਾ ਵੱਜ ਜਾਵੇ, ਅਸੀਂ ਕਿਸੇ ਚੀਜ਼ ਦੇ ਵਿੱਚ ਨਾ ਵੱਜ ਜਾਈਏ। ਇਹ ਸਾਡਾ ਖਿਆਲ ਆ ਨਾ, ਉਸ ਖਿਆਲ ਨੂੰ ਅਸੀਂ ਧਿਆਨ ਵਿੱਚ ਰੱਖ ਕੇ ਤੁਰਦੇ ਹਾਂ। ਕੋਈ ਕੰਮ ਕਰਦੇ, ਕੋਈ ਹੱਥੀਂ ਕੋਈ ਕਿਰਤ ਕਰਦੇ, ਅਸੀਂ ਧਿਆਨ ਰੱਖਦੇ ਕਿ ਉਹ ਕੰਮ ਕਰਦਿਆਂ ਹੱਥ 'ਤੇ ਕੋਈ ਸੱਟ ਨਾ ਲੱਗ ਜਾਵੇ, ਕੁਛ ਵਿਗੜ ਨਾ ਜਾਵੇ, ਉਹ ਧਿਆਨ ਰੱਖਦੇ, ਉਹਨੂੰ ਧਿਆਨ ਵਿੱਚ ਰੱਖ ਕੇ ਉਹ ਅਸੀਂ ਕੰਮ ਕਰਦੇ ਹਾਂ। ਐਸਾ ਹੀ ਜਿੰਨਾ ਵੀ ਸੰਸਾਰ ਵਿੱਚ ਜਦੋਂ ਅਸੀਂ ਆਪਣੀ ਸੁਰਤ ਨਾਲ ਕੋਈ ਕੰਮ ਕਰਨਾ ਤੇ ਉਹ ਸੁਰਤ ਗੁਰੂ ਦੇ ਰਾਹੀਂ ਹੋ ਕੇ ਉਹ ਕੰਮ ਨੂੰ ਕਰੇ, ਕਿ ਇਸ ਕੰਮ ਨੂੰ ਕਰਦਿਆਂ ਹੋਇਆਂ ਸਾਡੇ ਕੋਲ ਕੋਈ ਐਸਾ ਕਰਮ ਨਾ ਹੋਵੇ ਜਿਹਦੇ ਰਾਹੀਂ ਸਾਡੀ ਸੁਰਤ ਦੀ ਨਿਰਮਲਤਾ ਹੀ ਚਲੀ ਜਾਵੇ। ਜਿਹੜਾ ਕੰਮ ਕਰਦੇ ਸਾਡੀ ਸੁਰਤ ਦੀ ਨਿਰਮਲਤਾ ਹੀ ਜਾਂਦੀ ਹੈ, ਸਮਝ ਲਓ ਕਿ ਅਸੀਂ ਬੇਸਮਝ ਹੋ ਗਏ ਹਾਂ ਤੇ ਗੁਰ ਕੇ ਚਰਨ ਹਿਰਦੈ ਧਿਆਏ ਤੋਂ ਅਸੀਂ ਉੱਕ ਗਏ ਹਾਂ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤਮੈ ਸਮਾਲੇ। ਉਸ ਉਪਦੇਸ਼ ਨੂੰ ਆਪਣੇ ਅੰਦਰ ਸਾਂਭ ਕੇ ਰੱਖਣਾ, ਸੰਭਾਲ ਕੇ ਰੱਖਣਾ, ਉਸ ਉਪਦੇਸ਼ ਨੂੰ ਅੰਦਰ ਆਪਣੇ ਸੰਭਾਲ ਕੇ ਫਿਰ ਗੁਰੂ ਦੇ ਉਪਦੇਸ਼ ਨੂੰ ਯਾਦ ਰੱਖਣਾ। ਫਿਰ ਹੈਗਾ ਆਪ ਛੱਡ ਸਦਾ ਰਹਿ ਪਰਣੈ। ਇਹ ਕੰਮ ਸਭ ਤੋਂ ਔਖਾ ਹੈ। ਬੰਦੇ ਦੇ ਅੰਦਰ ਮੋਹ ਹੈ, ਸਾਡੀ ਸੁਰਤ ਦੇ ਅੰਦਰ ਹਉਮੈ ਹੈ, ਸਾਡੇ ਅੰਦਰ ਹੰਕਾਰ ਹੈ। ਜਿੰਨਾ ਚਿਰ ਸਾਡੇ ਅੰਦਰ ਮੋਹ ਹੈ, ਹਉਮੈ ਹੈ, ਅਹੰਕਾਰ ਹੈ, ਉਹਨਾਂ ਚਿਰ ਸਾਡੇ ਅੰਦਰ ਬੈਰਾਗ, ਉਦਾਸ ਤੇ ਪ੍ਰੇਮ ਨਹੀਂ ਪੈਦਾ ਹੋ ਸਕਦਾ। ਜਿੰਨਾ ਚਿਰ ਸਾਡੇ ਅੰਦਰੋਂ ਇਹ ਨਹੀਂ ਨਿਕਲਦਾ, ਉਹਨਾਂ ਚਿਰ ਬੈਰਾਗ, ਉਦਾਸ ਤੇ ਪ੍ਰੇਮ ਨਹੀਂ ਪੈਦਾ ਹੋਵੇਗਾ, ਕਿਉਂਕਿ ਸੁਰਤ ਨਿਰਮਲਤਾ ਹੀ ਨਹੀਂ ਹੈ। ਤੇ ਉਹਦੇ ਵਾਸਤੇ ਮਹਾਰਾਜ ਕਹਿੰਦੇ ਆਪ ਛੱਡ ਸਦਾ ਰਹਿ ਪਰਣੈ। ਪਰਣੈ ਦਾ ਅਰਥ ਹੁੰਦਾ ਆਸਰਾ, ਕਿ ਆਪਣਾ ਆਪ ਤਿਆਗ ਕੇ ਸਦਾ ਗੁਰੂ ਦੇ ਆਸਰੇ ਰਵੇ। ਗੁਰ ਬਿਨ ਅਵਰ ਨਾ ਜਾਣੈ ਕੋਈ। ਸਾਡੇ ਅੰਦਰ ਸਬਾਏ ਗੁਰੂ ਤੋਂ, ਕਿ ਸਾਡਾ ਪ੍ਰਤਪਾਲਣਾ ਕਰਨ ਵਾਲਾ, ਸਾਨੂੰ ਸਵਾਰਨ ਵਾਲਾ, ਸਾਨੂੰ ਸਾਜਣ ਵਾਲਾ, ਰੋਜੀ ਦੇਣ ਵਾਲਾ, ਸਰੀਰ ਨੂੰ ਚਲਾਉਣ ਵਾਲਾ, ਅੱਖਾਂ ਨੂੰ ਦੇਖਣ ਦੀ ਸ਼ਕਤੀ ਦੇਣ ਵਾਲਾ, ਕੰਨਾਂ ਨੂੰ ਸੁਣਨ ਦੀ ਸ਼ਕਤੀ ਦੇਣ ਵਾਲਾ, ਰਸਨਾ ਨੂੰ ਬੋਲਣ ਦੀ ਸ਼ਕਤੀ ਦੇਣ ਵਾਲਾ, ਬੁੱਧੀ ਨੂੰ ਸੋਚਣ ਦੀ ਸ਼ਕਤੀ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ।
ਉਹ ਤੋਂ ਬਗੈਰ ਸਰੀਰ ਦੇ ਵਿੱਚ ਰੱਤਾ ਭਰ ਵੀ ਹਿਲਚਲ ਨਹੀਂ ਹੋ ਸਕਦੀ। ਰੱਤਾ ਭਰ ਵੀ ਇਹ ਸਰੀਰ ਵਿੱਚ ਕੋਈ ਤਾਕਤ ਆਪਣਾ ਪ੍ਰਗਟਾਵਾ ਨਹੀਂ ਕਰ ਸਕਦੀ। ਸਿਰਫ ਵਾਹਿਗੁਰੂ ਪਰਮੇਸ਼ਰ ਸ਼ਕਤੀ ਦੇ ਰਿਹਾ ਹੈ, ਤਾਂ ਇਹ ਸਰੀਰ ਦੇ ਵਿੱਚ ਹਰ ਇੱਕ ਚੀਜ਼ ਚੱਲ ਰਹੀ ਹੈ, ਹਰ ਇੱਕ ਚੀਜ਼ ਆਪਣੇ ਆਪ ਨੂੰ ਪ੍ਰਗਟ ਕਰ ਰਹੀ ਹੈ। ਗੁਰ ਬਿਨ ਅਵਰ ਨਾ ਜਾਣੈ ਕੋਈ। ਮਹਾਰਾਜ ਕਹਿੰਦੇ ਬਗੈਰ ਗੁਰੂ ਤੋਂ ਸਾਨੂੰ ਕਿਸੇ ਦਾ ਯਾਦ ਵੀ ਨਾ ਹੋਵੇ, ਐਸਾ ਆਸਰਾ ਹੋਵੇ। ਕਹਿ ਨਾਨਕ ਸੁਣੋ ਸੰਤ ਹੋ, ਸੋ ਸਿੱਖ ਸਨਮੁਖ। ਫਿਰ ਅਸੀਂ ਗੁਰੂ ਦੇ ਸਨਮੁਖਾਂ। ਅਸੀਂ ਆਪਣੇ ਜੀਵਨ ਦੇ ਵਿੱਚ ਕਿੰਨੇ ਤਰ੍ਹਾਂ ਦੇ ਬੰਧਨ ਅਸੀਂ ਪਾ ਕੇ ਬੈਠੇ ਹਾਂ। ਜਿਹੜੇ ਸੰਸਕਾਰ ਹਨ ਸਾਡੇ ਅੰਦਰ, ਜਿਹੜੇ ਸਾਡੇ ਅੰਦਰ ਖਿਆਲ ਹਨ, ਉਹ ਸਾਰੇ ਦੇ ਸਾਰੇ ਬੰਧਨ, ਚਾਹੇ ਕਿਸੇ ਰੂਪ ਵਿੱਚ ਵੀ ਹੈ, ਉਹ ਸਾਰੇ ਬੰਧਨ ਹਨ। ਉਹਨਾਂ ਬੰਧਨਾਂ ਦੇ ਵਿੱਚ ਬੱਝੇ ਹੋਏ ਅਸੀਂ ਆਪਣਾ ਜੀਵਨ ਜਿਉ ਰਹੇ। ਮੈਂ ਮਹਾਤਮਾ ਬੁੱਧ ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦਾ। ਮਹਾਤਮਾ ਬੁੱਧ ਕਿਸੇ ਪਿੰਡ ਦੇ ਵਿੱਚ ਬੈਠੇ ਆ, ਤੇ ਉਹ ਪਿੰਡ ਦੇ ਵਿੱਚ ਇੱਕ ਨਾਸਤਕ ਆਦਮੀ, ਜਦੋਂ ਉਹਨੂੰ ਪਤਾ ਲੱਗਿਆ ਕਿ ਮਹਾਤਮਾ ਬੁੱਧ ਆਇਆ, ਲੋਕ ਇਹਦੇ ਕੋਲੇ ਜਾਣਗੇ, ਕੋਈ ਧਰਮ ਦੀ ਗੱਲ ਸੁਣਨਗੇ। ਉਹਦਾ ਹੁਣ ਨਾਸਤਕ ਸੁਭਾਅ ਹੈ, ਉਹ ਦੁਖੀ ਹੁੰਦਾ ਇਸ ਗੱਲ ਤੋਂ। ਉਹ ਮੁਨਕਰ ਹੈ, ਰੱਬ ਤੋਂ, ਪਰਮੇਸ਼ਰ ਤੋਂ ਮੁਨਕਰ ਹੈ। ਉਹ ਮਹਾਤਮਾ ਬੁੱਧ ਦੇ ਕੋਲ ਗਿਆ। ਜਾ ਕੇ ਉਹਨੇ ਮਹਾਤਮਾ ਬੁੱਧ ਨੂੰ ਕਹਿਣ ਬੁਰਾ ਭਲਾ ਬੋਲਿਆ, ਫਿੱਕੇ ਬੋਲ ਬੋਲੇ। ਇੱਥੇ ਤੱਕ ਵੀ ਹੋਇਆ ਕਿ ਮਹਾਤਮਾ ਬੁੱਧ ਦੇ ਮੂੰਹ ਦੇ ਉੱਤੇ ਥੁੱਕ ਦਿੱਤਾ ਉਸਨੇ। ਪਰ ਮਹਾਤਮਾ ਬੁੱਧ ਬੈਠੇ ਰਹੇ ਚੁੱਪ ਕਰਕੇ, ਕੋਈ ਜਵਾਬ ਨਹੀਂ ਦਿੱਤਾ, ਕੋਈ ਉੱਤਰ ਨਹੀਂ ਦਿੱਤਾ। ਮਹਾਤਮਾ ਬੁੱਧ ਦੇ ਚਾਚੇ ਦਾ ਪੁੱਤਰ ਆਨੰਦ, ਉਹ ਨਾਲ ਹੁੰਦਾ ਸੀ ਉਹਨਾਂ ਦੇ। ਉਹ ਜਦੋਂ ਬੁਰਾ ਭਲਾ ਬੋਲ ਕੇ ਲੋਹਾ ਲਾਖਾ ਹੋ ਕੇ ਬੋਲਦਾ ਬੋਲਦਾ ਵਾਪਸ ਚਲਿਆ ਗਿਆ, ਤੇ ਉਹ ਆਨੰਦ ਕਹਿਣ ਲੱਗਿਆ ਮਹਾਤਮਾ ਬੁੱਧ ਨੂੰ ਵੀ ਤੁਸੀਂ ਇਹਨੂੰ ਕੁਝ ਵੀ ਨਹੀਂ ਕਿਹਾ, ਇੰਨਾ ਇਹਨੇ ਬੁਰਾ ਭਲਾ ਤੁਹਾਨੂੰ ਬੋਲਿਆ, ਉਹਨੇ ਤੁਹਾਡੇ ਮੂੰਹ ਤੇ ਵੀ ਥੁੱਕ ਦਿੱਤਾ, ਤੇ ਪਰ ਤੁਸੀਂ ਕੋਈ ਜਵਾਬ ਨਹੀਂ ਦਿੱਤਾ, ਉਸ ਨੂੰ ਕੁਝ ਨਹੀਂ ਕਿਹਾ। ਮਹਾਤਮਾ ਬੁੱਧ ਕਹਿਣ ਲੱਗੇ ਦੇਖ ਬਈ, ਉਹਦਾ ਬਹੁਤ ਇਰਾਦਾ ਸੀ ਮੈਨੂੰ ਕੁਝ ਦੇ ਕੇ ਜਾਣ ਦਾ, ਕਿ ਮੈਂ ਇਹਨੂੰ ਕੁਝ ਦੇ ਦੇਵਾਂ, ਪਰ ਮੇਰਾ ਪੱਕਾ ਇਰਾਦਾ ਸੀ ਕਿ ਮੈਂ ਇਹਦੇ ਕੋਲੋਂ ਕੁਝ ਨਹੀਂ ਲੈਣਾ। ਜੋ ਕੁਝ ਵੀ ਇਹ ਮੈਨੂੰ ਦੇਣਾ ਚਾਹੁੰਦਾ, ਮੈਂ ਕੁਝ ਵੀ ਨਹੀਂ ਲੈਣਾ ਚਾਹੁੰਦਾ। ਇਸ ਕਰਕੇ ਉਹਨੇ ਜਿੰਨਾ ਮਰਜ਼ੀ ਆਪਣਾ ਸੌਦਾ ਵੇਚਿਆ, ਪਰ ਮੈਂ ਕੋਈ ਚੀਜ਼ ਉਹਦੀ ਲਈ ਨਹੀਂ, ਕੋਈ ਵੀ ਚੀਜ਼ ਉਹਦੀ ਗ੍ਰਹਿਣ ਨਹੀਂ ਕੀਤੀ। ਮੈਂ ਆਪਣੇ ਆਨੰਦ ਵਿੱਚ ਆਪਣੀ ਸੁਰਤ ਨੂੰ ਸੰਭਾਲ ਕੇ ਬੈਠਾ ਰਿਹਾ। ਇਸ ਕਰਕੇ ਉਹਦੇ ਕਹੀ ਹੋਈ ਚੀਜ਼ ਦਾ ਮੇਰੇ ਤੇ ਕੋਈ ਅਸਰ ਹੀ ਨਹੀਂ ਹੋਇਆ, ਕਿਉਂਕਿ ਉਹਦੀ ਕੋਈ ਚੀਜ਼ ਮੈਂ ਆਪਣੇ ਅੰਦਰ ਸਾਂਭੀ ਨਹੀਂ ਹੈ। ਮੈਂ ਕੁਝ ਵੀ ਉਹਦਾ ਆਪਣੇ ਕੋਲ ਸੰਭਾਲਿਆ ਨਹੀਂ ਹੈ, ਕੁਝ ਵੀ ਆਪਣੇ ਕੋਲ ਰੱਖਿਆ ਨਹੀਂ ਹੈ। ਇਸ ਕਰਕੇ ਮੈਨੂੰ ਪਤਾ ਹੀ ਨਹੀਂ ਕਿ ਉਹਨੇ ਕੀ ਕੁਝ ਕਿਹਾ, ਉਹਨੇ ਕਿਹਨੂੰ ਕਿਹਾ, ਉਹਨੇ ਕਿਹਦੇ ਮੂੰਹ ਦੇ ਉੱਤੇ ਥੁੱਕਿਆ, ਮੈਨੂੰ ਇਹ ਯਾਦ ਹੀ ਨਹੀਂ ਹੈ, ਕਿਉਂ ਮੈਂ ਕੁਝ ਲਿਆ ਹੀ ਨਹੀਂ ਉਸ ਦਾ। ਮਹਾਤਮਾ ਬੁੱਧ ਦੂਸਰੇ ਦਿਨ ਉੱਥੋਂ ਅਗਲੇ ਪਿੰਡ ਜਿਵੇਂ ਚੱਲਦੇ ਸੀ ਚਲੇ ਗਏ। ਉਹ ਆਦਮੀ ਨੇ ਸੋਚਿਆ ਮੈਂ ਇੰਨਾ ਕੁਝ ਬੋਲਿਆ, ਇੰਨਾ ਬੁਰਾ ਭਲਾ ਕਿਹਾ, ਕਿੱਥੇ ਤੱਕ ਗੱਲ ਹੋ ਗਈ, ਪਰ ਮੈਨੂੰ ਇੱਕ ਵੀ ਸ਼ਬਦ ਨਹੀਂ ਕਿਹਾ। ਤਾਂ ਉਹਨੇ ਚੁੱਪ ਕਰਕੇ ਚਲਿਆ ਗਿਆ। ਘਰੇ ਜਾ ਕੇ ਬੜਾ ਉਹਨੂੰ ਪਛਤਾਵਾ ਹੋਇਆ ਵੀ ਮੈਨੂੰ ਕੋਈ ਜਵਾਬ ਹੀ ਨਹੀਂ ਮਿਲਿਆ। ਅੰਦਰ ਉਹਦਾ ਜਿਹੜਾ ਸੀ ਹੰਕਾਰ ਉਹਨੂੰ ਕਹਿ ਰਿਹਾ ਵੀ ਤੂੰ ਜੋ ਕੁਝ ਦੇਣ ਗਿਆ ਸੀ, ਵੇਚਣ ਗਿਆ ਸੀ, ਤੇਰਾ ਵਿਕਿਆ ਹੀ ਨਹੀਂ ਹੈ, ਤੇਰਾ ਹੰਕਾਰ, ਤੇਰਾ ਕ੍ਰੋਧ ਵਿਕਿਆ ਹੀ ਨਹੀਂ ਹੈ, ਉਹਨੇ ਖਰੀਦਿਆ ਹੀ ਨਹੀਂ, ਉਹਨੇ ਲਿਆ ਹੀ ਨਹੀਂ ਹੈ। ਤਾਂ ਮਨ ਵਿੱਚ ਬੜਾ ਪਛਤਾਵਾ ਹੋਇਆ ਵੀ ਮੈਂ ਤਾਂ ਕੁਝ ਵੇਚ ਕੇ ਨਹੀਂ ਆਇਆ, ਕੁਝ ਦੇ ਕੇ ਨਹੀਂ ਆਇਆ, ਖਾਲੀ ਆ ਗਿਆ ਹਾਂ। ਤੇ ਜਦੋਂ ਦੂਸਰੇ ਦਿਨ ਤੀਸਰੇ ਦਿਨ ਗਿਆ ਤੇ ਉੱਥੇ ਮਹਾਤਮਾ ਬੁੱਧ ਹੈ ਨਾ। ਉਹਨੇ ਪੁੱਛ ਪਛਾਈ ਕੀਤੀ ਤੇ ਮਗਰ ਚਲਿਆ ਗਿਆ ਜਿੱਥੇ ਮਹਾਤਮਾ ਬੁੱਧ ਬੈਠੇ। ਜਾ ਕੇ ਮਹਾਤਮਾ ਬੁੱਧ ਨੂੰ ਮੱਥਾ ਟੇਕ ਦਿੱਤਾ। ਕਹਿਣ ਲੱਗਿਆ ਜੀ ਉਸ ਦਿਨ ਮੈਂ ਬੜਾ ਬੁਰਾ ਭਲਾ ਤੁਹਾਨੂੰ ਕਿਹਾ ਤੇ ਮੇਰੇ ਕੋਲੋਂ ਗਲਤੀ ਹੋ ਗਈ। ਉਹ ਕਹਿਣ ਲੱਗੇ ਕੌਣ ਆਦਮੀ ਭਾਈ ਤੂੰ, ਮੈਂ ਤੈਨੂੰ ਜਾਣਦਾ ਨਹੀਂ ਹਾਂ, ਕੌਣ ਹੈ ਤੂੰ? ਉਹ ਕਹਿਣ ਲੱਗਿਆ ਜੀ ਉਹ ਫਲਾਣੇ ਪਿੰਡ ਤੁਸੀਂ 2 ਦਿਨ ਪਹਿਲਾਂ ਉੱਥੇ ਬੈਠੇ ਸੀ, ਮੈਂ ਤੁਹਾਡੇ ਕੋਲੇ ਆਇਆ। ਉਹਨਾਂ ਨੇ ਆਪਣੀ ਸੁਰਤ ਨੂੰ ਪਿੱਛੇ ਦੇਖਿਆ, ਕਹਿੰਦੇ ਹਾਂ ਹੁਣ ਮੈਨੂੰ ਯਾਦ ਹੈ, ਦੱਸ ਭਾਈ ਕੀ ਗੱਲ ਹੋਈ ਹੈ? ਕਹਿਣ ਲੱਗਿਆ ਜੀ ਮੈਂ ਤੁਹਾਨੂੰ ਬੜਾ ਬੁਰਾ ਭਲਾ ਬੋਲਿਆ ਸਾਂ, ਤੁਹਾਡੇ ਨਾਲ ਬਦਸਲੂਕੀ ਕੀਤੀ,
ਪਰ ਮੈਂ ਹੁਣ ਮਾਫੀ ਮੰਗਣ ਆਇਆ, ਮੈਨੂੰ ਬੜਾ ਪਛਤਾਵਾ ਹੋਇਆ। ਤੇ ਉਹ ਕਹਿਣ ਲੱਗੇ, ਭਾਈ ਮੈਨੂੰ ਤਾਂ ਪਤਾ ਹੀ ਨਹੀਂ ਤੂੰ ਮੈਨੂੰ ਕੀ ਕਿਹਾ। ਤੂੰ ਮੈਨੂੰ ਉੱਥੇ ਜੋ ਵੀ ਬੋਲਿਆ, ਜੋ ਵੀ ਮੇਰੇ ਨਾਲ ਕੀਤਾ, ਮੈਂ ਤਾਂ ਉਹਨੂੰ ਉੱਥੇ ਹੀ ਛੱਡ ਆਇਆ। 3 ਦਿਨ ਹੋ ਗਏ, ਤੂੰ ਹਜੇ ਵੀ ਨਾਲ ਚੱਕੀ ਫਿਰਦਾ, ਤੂੰ ਹਜੇ ਵੀ ਨਾਲ ਲਈ ਫਿਰਦਾ, ਮੈਨੂੰ ਨਹੀਂ ਯਾਦ ਤੂੰ ਕੀ ਕਿਹਾ। ਐਸਾ ਹੀ ਹੈ, ਜਿੰਨਾ ਚਿਰ ਅਸੀਂ ਇਹ ਸੰਸਕਾਰਾਂ ਨੂੰ ਆਪਣੇ ਨਾਲ ਰੱਖੀ ਰੱਖਦੇ, ਉਹ ਸਾਰੇ ਜਿਤਨੇ ਸੰਸਕਾਰ ਹਨ ਉਹ ਸਾਡੇ ਬੰਧਨ ਹਨ। ਇਹਨਾਂ ਬੰਧਨਾਂ ਕਰਕੇ ਅਸੀਂ ਆਪਣੇ ਅੰਦਰ ਪ੍ਰੇਮ ਤੇ ਬੈਰਾਗ ਪੈਦਾ ਨਹੀਂ ਕਰ ਸਕਦੇ। ਇਸ ਕਰਕੇ ਸਾਡੇ ਅੰਦਰ ਪ੍ਰੇਮ ਤੇ ਬੈਰਾਗ ਪੈਦਾ ਨਹੀਂ ਹੁੰਦਾ। ਇਸ ਕਰਕੇ ਨਹੀਂ ਹੁੰਦਾ ਕਿਉਂਕਿ ਸਾਡੇ ਅੰਦਰ ਪਹਿਲੀ ਗੱਲ, ਸਾਡੇ ਅੰਦਰ ਭਉ ਨਹੀਂ ਹੈ। ਜੇ ਭਉ ਹੋਊਗਾ ਤੇ ਫਿਰ ਫਿਰ ਪ੍ਰੇਮ ਪੈਦਾ ਹੋਵੇਗਾ। ਜਿੰਨਾ ਚਿਰ ਭਉ ਨਹੀਂ, ਉਹਨਾਂ ਚਿਰ ਪ੍ਰੇਮ ਵੀ ਨਹੀਂ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਸ਼ਬਦ ਦੀ ਆਰੰਭਤਾ ਕਰਦੇ ਆਓ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਸ੍ਰੀ ਰਾਗ ਮਹੱਲਾ ਤੀਜਾ। ਮਨ ਮੁਖ ਮੋਹਿ ਵਿਆਪਿਆ, ਵੈਰਾਗ ਉਦਾਸੀ ਨ ਹੋਏ। ਸ੍ਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਰਹਿਮ ਕਰਦੇ ਆ। ਮਨਮੁਖ ਮੋਹਿ ਵਿਆਪਿਆ, ਜਿਹੜਾ ਮਨਮੁਖ ਹੁੰਦਾ, ਮਨ ਦੇ ਪਿੱਛੇ ਲੱਗਣ ਵਾਲਾ, ਮਨ ਦੇ ਅਨੁਸਾਰ ਚੱਲਣ ਵਾਲਾ, ਕਹਿੰਦੇ ਮੋਹਿ ਵਿਆਪਿਆ। ਉਹ ਮੋਹ ਦੇ ਵਿੱਚ ਵਿਆਪਿਆ ਹੋਇਆ, ਮੋਹ ਦੇ ਵਿੱਚ ਲਿਪਤ ਹੋਇਆ, ਮੋਹ ਦੇ ਵਿੱਚ ਗੁਆਚਿਆ ਹੋਇਆ, ਉਹ ਮੋਹ ਦੇ ਵਿੱਚ ਬੰਨਿਆ ਹੋਇਆ ਹੁੰਦਾ ਹੈ। ਇਸ ਕਰਕੇ ਬੈਰਾਗ ਉਦਾਸੀ ਨਾ ਹੋਏ। ਉਹ ਮੋਹ ਦੇ ਸੰਗਲ ਪਏ ਹੋਣ ਕਾਰਨ ਮੋਹ ਦੇ ਵਿੱਚ ਡੁੱਬਿਆ ਹੋਇਆ। ਉਹ ਆਪਾਂ ਪੜ੍ਹਦੇ ਨਾ, ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਹਾਰਾਜ ਸਾਹਿਬ ਜੀ ਕਹਿੰਦੇ, ਭਿਆਨਕ ਜਿਹੜਾ ਸੰਸਾਰ ਸਮੁੰਦਰ ਹੈ ਨਾ, ਉਹਦੇ ਵਿੱਚ ਬੇਅੰਤ ਜੀਵ, ਪੰਕ ਜੋ ਮੋਹ ਪਗ ਨਹੀਂ ਚਾਲੈ। ਇਹ ਜਿਹੜਾ ਮੋਹ ਦਾ ਚਿੱਕੜ ਹੈ ਨਾ, ਉਹਦੇ ਵਿੱਚ ਖੁੱਭ ਕੇ ਸਾਡਾ ਪੈਰ ਨਹੀਂ ਤੁਰਦਾ ਪਰਮੇਸ਼ਰ ਦੇ ਦਰ ਵੱਲ ਨੂੰ, ਸਾਡਾ ਪੈਰ ਨਹੀਂ ਤੁਰਦਾ ਬੈਰਾਗ ਵੱਲ ਨੂੰ, ਸਾਡਾ ਪੈਰ ਨਹੀਂ ਤੁਰਦਾ ਪ੍ਰੇਮ ਵੱਲ ਨੂੰ। ਕਹਿੰਦੇ ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਕਹਿੰਦੇ ਅਸੀਂ ਉਹ ਮੋਹ ਦੇ ਚਿੱਕੜ ਵਿੱਚ ਫਸੇ ਹੋਇਆਂ ਨੂੰ, ਉਹਨਾਂ ਤੋਂ ਨਿਕਲਿਆ ਨਹੀਂ ਗਿਆ ਚਿੱਕੜ ਵਿੱਚੋਂ, ਅਸੀਂ ਦੇਖਿਆ ਉਹ ਸੰਸਾਰ ਸਮੁੰਦਰ ਵਿੱਚ ਡੁੱਬਦੇ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜਾ ਮਨਮੁਖ ਹੈ ਉਹ ਮੋਹ ਦੇ ਵਿੱਚ ਡੁੱਬਿਆ ਹੋਇਆ ਹੈ। ਜਿਸ ਕਰਕੇ ਬੈਰਾਗ ਉਦਾਸੀ ਨਾ ਹੋਏ। ਉਹ ਬੈਰਾਗ ਤੇ ਉਦਾਸ, ਉਪਰਾਮਤਾ, ਪ੍ਰੇਮ ਉਹਦੇ ਅੰਦਰ ਪੈਦਾ ਨਹੀਂ ਹੁੰਦਾ। ਸ਼ਬਦ ਨ ਚੀਨੈ ਸਦਾ ਦੁਖ, ਹਰ ਦਰਗਹਿ ਪਤ ਖੋਏ। ਪਰ ਉਹ ਜਿਹੜਾ ਮਨਮੁਖ ਮੋਹ ਦੇ ਵਿੱਚ ਡੁੱਬਿਆ ਹੋਇਆ, ਉਹ ਇਸ ਕਰਕੇ ਉਦਾਸ ਨਹੀਂ ਹੁੰਦਾ, ਇਸ ਕਰਕੇ ਉਹਦੇ ਅੰਦਰ ਹਿਰਦਾ ਉਹਦਾ ਪ੍ਰੇਮੀ ਨਹੀਂ ਹੁੰਦਾ, ਕਿਉਂਕਿ ਅਸਲ ਜਿਹੜੀ ਗੱਲ ਆ ਉਹ ਨਹੀਂ ਕਰਦਾ। ਸ਼ਬਦ ਨਾ ਚੀਨੈ, ਸ਼ਬਦ ਦੀ ਕਮਾਈ ਨਹੀਂ ਕਰਦਾ, ਸ਼ਬਦ ਦੀ ਤਸੀਰ ਨੂੰ ਪਛਾਣਦਾ ਨਹੀਂ, ਸ਼ਬਦ ਨੂੰ ਕਮਾਉਂਦਾ ਨਹੀਂ, ਸ਼ਬਦ ਨੂੰ ਉਪਦੇਸ਼ ਨੂੰ ਚੀਨੈ, ਹਿਰਦੇ 'ਚ ਧਾਰਨ ਨਹੀਂ ਕਰਦਾ, ਉਹਦਾ ਰਮਣ ਨਹੀਂ ਕਰਦਾ, ਉਹਨੂੰ ਜਪਦਾ ਨਹੀਂ। ਫਿਰ ਕਹਿੰਦੇ ਸਦਾ ਦੁੱਖ, ਇਸ ਕਰਕੇ ਸਦਾ ਦੁਖੀ ਰਹਿੰਦਾ। ਹਰ ਦਰਗਹਿ ਪਤ ਖੋਏ, ਤੇ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਦਰਗਾਹ ਦੇ ਵਿੱਚ ਆਪਣੀ ਪੱਤ ਗਵਾ ਲੈਂਦਾ, ਪਰਲੋਕ ਦੇ ਵਿੱਚ ਆਪਣੀ ਪੱਤ ਗਵਾ ਲੈਂਦਾ ਹੈ। ਲੋਕ ਦੀ ਪੱਤ ਦਾ, ਇਸ ਲੋਕ ਦੀ ਇੱਜ਼ਤ ਦਾ, ਇਸ ਲੋਕ ਦੀ ਵਡਿਆਈ ਦਾ ਸਾਨੂੰ ਸਾਰਿਆਂ ਨੂੰ ਬੇਅੰਤ ਫਿਕਰ ਹੈ ਕਿ ਇਸ ਲੋਕ ਵਿੱਚ ਸਾਡੀ ਇੱਜ਼ਤ ਰਹਿ ਜਾਵੇ, ਸਾਡੀ ਵਡਿਆਈ ਰਹਿ ਜਾਵੇ, ਸਾਡਾ ਨੱਕ ਰਹਿ ਜਾਵੇ। ਪਰ ਪਰਲੋਕ ਦੀ ਵਡਿਆਈ, ਪਰਲੋਕ ਦੀ ਇੱਜ਼ਤ ਤੇ ਪਰਲੋਕ ਦੀ ਪੱਤ ਦਾ ਵਿਰਲਿਆਂ ਨੂੰ ਫਿਕਰ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਕੋਟਨ ਮੈਂ ਨਾਨਕ ਕੋ, ਨਾਰਾਇਣ ਜਿਹ ਚੀਤ। ਕਰੋੜਾਂ ਦੇ ਵਿੱਚੋਂ ਇੱਕ ਹੈ ਜਿਹਨੂੰ ਪਰਲੋਕ ਦੀ ਪੱਤ ਦਾ ਫਿਕਰ ਹੈ ਕਿ ਮੇਰੀ ਪਰਲੋਕ ਵਿੱਚ ਪੱਤ ਰਹਿ ਜਾਵੇ, ਪਰਲੋਕ ਵਿੱਚ ਮੇਰੀ ਇੱਜ਼ਤ ਰਹਿ ਜਾਵੇ। ਨਹੀਂ ਤਾਂ ਅਸੀਂ ਸਾਰੀ ਉਮਰ ਇਸ ਸੰਸਾਰ ਦੀ ਇੱਜ਼ਤ ਬਚਾਉਂਦੇ ਵਡਿਆਈ ਸਾਂਭਦੇ ਮਸਕੀਨ ਸਾਹਿਬ ਕਹਿੰਦੇ ਹੁੰਦੇ ਸਨ ਕਿ
ਇਹ ਮਨੁੱਖ ਅੱਧੀ ਜ਼ਿੰਦਗੀ ਆਪਣੇ ਕੀਤੇ ਹੋਏ ਪਾਪਾਂ ਨੂੰ ਲੁਕਾਉਂਦਾ ਹੋਇਆ, ਕੀਤੇ ਹੋਏ ਅਪੱਦਰਾਂ ਨੂੰ, ਔਗਣਾਂ ਨੂੰ ਲੁਕਾਉਂਦਾ ਹੋਇਆ ਲੰਘਾ ਦਿੰਦਾ ਹੈ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ। ਅੱਧੀ ਜ਼ਿੰਦਗੀ ਜੋ ਇਹਦੀ ਵਡਿਆਈ ਹੁੰਦੀ ਆ ਉਹਨੂੰ ਸਾਂਭਦਾ ਹੋਇਆ ਕਿ ਜੋ ਮੇਰੀ ਇੱਜ਼ਤ ਆ ਉਹ ਬਣੀ ਰਹਿ ਜਾਵੇ, ਕਿਤੇ ਉਹ ਘਟ ਨਾ ਜਾਵੇ। ਅੱਧੀ ਜ਼ਿੰਦਗੀ ਇਸ ਕੰਮ ਮਗਰ ਲੰਘਾ ਦਿੰਦਾ ਹੈ। ਇਹ ਸਾਰਾ ਜੀਵਨ ਇਹ ਆਪਣੇ ਆਪ ਨੂੰ ਲੁਕਾਉਣ ਵਿੱਚ ਤੇ ਆਪਣੇ ਆਪ ਨੂੰ ਖਰਾ ਸਾਬਤ ਕਰਨ ਵਿੱਚ ਹੀ ਲੰਘਾ ਦਿੰਦਾ। ਪੱਤ ਜਿਹੜੀ ਪਰਮੇਸ਼ਰ ਦੇ ਘਰ ਦੀ ਹੈ ਉਹਦਾ ਫਿਕਰ ਨਹੀਂ ਕਰਦਾ। ਹਰ ਦਰਗਹਿ ਪਤ ਖੋਏ, ਸ਼ਬਦ ਨੂੰ ਜਪਦੇ ਨਹੀਂ, ਸ਼ਬਦ ਨੂੰ ਚੀਨਦੇ ਨਹੀਂ, ਸ਼ਬਦ ਦੀ ਕਮਾਈ ਨਹੀਂ ਕਰਦੇ, ਸਦਾ ਦੁਖੀ ਹੁੰਦੇ ਐ ਤੇ ਪਰਮੇਸ਼ਰ ਦੇ ਘਰ ਪਰਲੋਕ ਦੇ ਵਿੱਚ ਪੱਤ ਗਵਾ ਕੇ ਬੇਪੱਤੇ ਹੋ ਕੇ ਜਾਂਦੇ ਹਨ। ਹਉਮੈ ਗੁਰਮੁਖ ਖੋਈਐ, ਨਾਮ ਰਤੇ ਸੁਖ ਹੋਏ। ਹਾਂ, ਜੇ ਅਸੀਂ ਸੁਖ ਹੋਏ, ਸੁਖੀ ਹੋਣਾ ਚਾਹੁੰਦੇ ਹਾਂ ਤਾਂ ਇਹ ਫਿਰ ਹੁਣ ਸਵਾਲ ਹੈ ਵੀ ਹੁਣ ਹਉਮੈ ਕਿਵੇਂ ਜਾਵੇ ਸਾਡੇ ਅੰਦਰੋਂ। ਮਹਾਰਾਜ ਕਹਿੰਦੇ ਗੁਰਮੁਖ ਖੋਈਐ, ਇੱਥੇ ਖੱਖੇ ਨੂੰ ਸਿਹਾਰੀ ਲੱਗੀ ਹੈ। ਗੁਰੂਮੁਖ ਦੁਆਰਾ ਜੋ ਸਾਨੂੰ ਉਪਦੇਸ਼ ਪ੍ਰਾਪਤ ਹੁੰਦਾ ਹੈ, ਗੁਰੂਮੁਖ ਦੁਆਰਾ ਜੋ ਸਾਨੂੰ ਸਿੱਖਿਆ ਪ੍ਰਾਪਤ ਹੁੰਦੀ, ਬਾਣੀ ਪੜ੍ਹਦੇ ਜੋ ਸਤਿਗੁਰੂ ਦੀ ਬਾਣੀ ਤੋਂ ਸਿੱਖਿਆ ਸਾਨੂੰ ਪ੍ਰਾਪਤ ਹੁੰਦੀ, ਸ਼ਬਦ ਦੇ ਅਰਥ ਤੋਂ ਜੋ ਸਿੱਖਿਆ ਪ੍ਰਾਪਤ ਹੁੰਦੀ ਹੈ ਉਹਦੀ ਕਮਾਈ ਕੀਤੀ ਜਾਵੇ ਤੇ ਹਉਮੈ ਫਿਰ ਅੰਦਰੋਂ ਹਿਰਦੇ 'ਚੋਂ ਹਉਮੈ ਚਲੀ ਜਾਵੇਗੀ। ਨਾਮ ਰਤੇ ਸੁਖ ਹੋਏ, ਨਾਮ ਦਾ ਰੰਗਣ ਜਦੋਂ ਇਹਨੂੰ ਚੜ੍ਹ ਗਿਆ ਨਾ ਫਿਰ ਸੁਖ ਹੋਏ, ਸਦਾ ਵਾਸਤੇ ਹਿਰਦਾ ਸੁਖੀ ਹੋ ਜਾਂਦਾ ਹੈ। ਹਉਮੈ ਗੁਰਮੁਖ ਖੋਈ ਹੈ। ਗੁਰਮੁਖ ਜਨ ਨਾਮ ਦੀ ਕਮਾਈ ਕਰਕੇ ਆਪਣੇ ਆਪ ਨੂੰ ਨਾਮ ਦੇ ਰੰਗ ਵਿੱਚ ਰੱਤ ਕੇ ਹਉਮੈ ਨੂੰ ਗਵਾ ਲੈਂਦੇ ਆ, ਹਉਮੈ ਨੂੰ ਦੂਰ ਕਰ ਦਿੰਦੇ ਆ। ਸੁਖ ਹੋਏ, ਉਹਨਾਂ ਦਾ ਲੋਕ ਵੀ ਤੇ ਪਰਲੋਕ ਵੀ ਸੁਖੀ ਹੋ ਜਾਂਦਾ ਹੈ। ਮੇਰੇ ਮਨ ਅਹਨਿਸ ਪੂਰ ਰਹੀ ਨਿਤ ਆਸਾ, ਸਤਿਗੁਰ ਸੇਵ ਮੋਹਿ ਪਰ ਜਲੈ, ਘਰ ਹੀ ਮਾਹੇ ਉਦਾਸਾ। ਰਹਾਉ ਗੁਰਮੁਖ ਕਰਮ ਕਮਾਵੈ, ਵਿਗਸੈ ਹਰ ਬੈਰਾਗ ਆਨੰਦ। ਵਿਸਰਾਮ ਦੇ ਕੇ ਕਹਿੰਦੇ ਗੁਰਮੁਖ ਕਰਮ ਕਮਾਵੈ। ਗੁਰੂਮੁਖ ਦੁਆਰਾ ਜਿਹੜੀ ਸਿੱਖਿਆ ਪ੍ਰਾਪਤ ਹੁੰਦੀ ਹੈ ਉਸ ਸਿੱਖਿਆ ਦੀ ਕਮਾਈ ਕਰਨੀ, ਉਹਨੂੰ ਕਮਾਉਣਾ। ਜੋ ਗੁਰੂਮੁਖ ਦੁਆਰਾ ਸਾਨੂੰ ਸਿੱਖਿਆ ਪ੍ਰਾਪਤ ਹੋਈ ਉਹਨੂੰ ਸਾਂਭ ਕੇ ਆਪਣੀ ਜ਼ਿੰਦਗੀ ਦੇ ਕਰਮਾਂ ਦੀ ਕਮਾਈ ਕਰਨੀ, ਕਰਮ ਕਮਾਉਣੇ। ਜਿਹੜੇ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜਿਉਂਦੇ ਆ ਬਿਗਸੈ, ਉਹ ਸਦਾ ਆਨੰਦ ਵਿੱਚ ਖਿੜੇ ਰਹਿੰਦੇ ਆ। ਤੇ ਉਹ ਜਦੋਂ ਆਨੰਦ ਵਿੱਚ ਸਦਾ ਖਿੜੇ ਰਹਿੰਦੇ, ਹਰ ਬੈਰਾਗ ਆਨੰਦ, ਹਰੀ ਵਾਹਿਗੁਰੂ ਪਰਮੇਸ਼ਰ ਦਾ ਬੈਰਾਗ ਸਦਾ ਉਹਨਾਂ ਦੇ ਹਿਰਦੇ 'ਚ ਰਹਿੰਦਾ, ਅੱਖਾਂ ਦੇ ਵਿੱਚੋਂ ਸਦਾ ਜਲ ਜਾਂਦਾ ਰਹਿੰਦਾ ਤੇ ਸਦਾ ਆਨੰਦ ਹਿਰਦੇ ਵਿੱਚ ਬਣਿਆ ਰਹਿੰਦਾ ਹੈ। ਅਹਨਿਸ ਭਗਤ ਕਰੇ ਦਿਨ ਰਾਤੀ, ਹਉਮੈ ਮਾਰ ਨਿਚਿੰਦ। ਕਹਿਣ ਲੱਗੇ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਆ, ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰਦੇ ਆ, ਹਉਮੈ ਮਾਰ ਨਿਚਿੰਦ, ਹਉਮੈ ਨੂੰ ਮਾਰ ਕੇ ਉਹ ਬੇਪਰਵਾਹ ਹੋ ਕੇ ਆਪਣਾ ਜੀਵਨ ਜਿਉਂਦੇ ਹਨ। ਵੱਡਾ ਭਾਗ ਸਤ ਸੰਗਤ ਪਾਈ, ਹਰ ਪਾਇਆ ਸਹਿਜ ਆਨੰਦ। ਹਾਂ, ਹੁਣ ਸਹਿਜ ਤੇ ਆਨੰਦ ਕਿਵੇਂ ਪ੍ਰਾਪਤ ਹੋਵੇਗਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਸਤ ਸੰਗਤ ਸਾਨੂੰ ਪ੍ਰਾਪਤ ਹੋਈ ਹੈ, ਜਿਹਦੇ ਵਿੱਚੋਂ ਸਹਿਜ ਆਨੰਦ ਬੈਰਾਗ ਪ੍ਰੇਮ ਪੈਦਾ ਹੋਣਾ, ਉਹ ਵੱਡਾ ਭਾਗ। ਇਹ ਵੱਡੇ ਭਾਗਾਂ ਕਰਕੇ ਸਾਨੂੰ ਪ੍ਰਾਪਤ ਹੁੰਦੀ ਹੈ। ਜੇ ਸਹਿਜ ਤੇ ਆਨੰਦ ਪਾਉਣਾ ਤਾਂ ਸੰਗਤ ਵਿੱਚ ਆਉਣਾ ਪਵੇਗਾ। ਜੇ ਪ੍ਰਾਪਤ ਹੋ ਗਿਆ ਤਾਂ ਸਮਝ ਲਓ ਸੰਗਤ ਵਿੱਚੋਂ ਪ੍ਰਾਪਤ ਹੋਇਆ ਹੈ। ਸੋ ਸਾਧੂ ਬੈਰਾਗੀ ਸੋਈ, ਹਿਰਦਾ ਨਾਮ ਵਸਾਏ। ਅਸਲ ਵਿੱਚ ਉਹੀ ਸਾਧੂ ਹੈ, ਅਸੀਂ ਅਸਲ ਵਿੱਚ ਉਹੀ ਬੈਰਾਗੀ ਹੈ। ਘਰ-ਬਾਰ ਛੱਡ ਕੇ ਜੰਗਲਾਂ 'ਚ ਜਾ ਕੇ ਰਹਿ ਲੈਣਾ, ਆਪਣੇ ਪਰਿਵਾਰ ਨੂੰ ਛੱਡ ਦੇਣਾ, ਨਾ ਇਹ ਸਾਧੂ ਪੁਣਾ ਹੈ, ਨਾ ਹੀ ਇਹ ਬੈਰਾਗ ਪੁਣਾ ਹੈ। ਮਹਾਰਾਜ ਕਹਿੰਦੇ ਸੋ ਸਾਧੂ ਬੈਰਾਗੀ ਸੋਈ, ਉਹੀ ਅਸਲੀ ਸਾਧੂ ਹੈ ਤੇ ਅਸਲੀ ਉਹੀ ਬੈਰਾਗੀ ਹੈ। ਹਿਰਦਾ ਨਾਮ ਵਸਾਏ, ਜਿਹਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲਿਆ ਹੈ। ਅੰਤਰ ਲਾਗ ਨ ਤਾਮਸ ਮੂਲੇ, ਵਿੱਚੋਂ ਆਪ ਗਵਾਏ। ਜਿਨ੍ਹਾਂ ਦੇ ਅੰਦਰ ਤਮਾ ਜਿਹੜੀ ਨਹੀਂ ਲੱਗਦੀ, ਅੰਤਰ ਲਾਗ ਨਾ ਤਾਮਸ ਮੂਲੇ, ਮੂਲੋਂ ਹੀ ਉਹਨਾਂ ਦੇ ਅੰਦਰ ਤਮਾ ਦੀ ਲਾਗ ਨਹੀਂ, ਮੂਲੋਂ ਹੀ ਉਹਨਾਂ ਦੇ ਅੰਦਰ ਜਿਹੜਾ ਹਿਰਦਾ ਤਪਦਾ ਨਹੀਂ, ਅੰਦਰ ਉਹਨਾਂ ਦੇ ਤਮੋ ਗੁਣ ਨਹੀਂ ਹੈ।
ਵਿੱਚ ਉਹ ਆਪ ਗਵਾਏ, ਉਹਨਾਂ ਨੇ ਆਪਣਾ ਆਪ ਅੰਦਰੋਂ ਗਵਾ ਲਿਆ। ਉਹ ਗੁਰੂ ਮਹਾਰਾਜ ਸਾਹਿਬ ਜੀ ਨੂੰ ਸਮਰਪਿਤ ਹੋ ਗਏ ਹਨ, ਗੁਰੂ ਦੀ ਸ਼ਰਨ ਵਿੱਚ ਆ ਗਏ ਹਨ। ਨਾਮ ਨਿਧਾਨ ਸਤਿਗੁਰੂ ਦਿਖਾਲਿਆ, ਹਰ ਹਰ ਰਸ ਪੀਆ ਗਾਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਨੇ, ਸੰਗਤ ਜੀ ਸਾਨੂੰ ਨਾਮ ਨਿਧਾਨ, ਨਾਮ ਦਾ ਖਜ਼ਾਨਾ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਨੇ ਦਿਖਾਲਿਆ ਹੈ। ਇਸ ਕਰਕੇ ਹਰ ਰਸ ਪੀਆ ਅਗਾਏ, ਅਸੀਂ ਤ੍ਰਿਪਤ ਹੋ ਕੇ ਰੱਜ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਪੀਤਾ, ਤੇ ਜਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾ ਰਸ ਪੀ ਕੇ ਅਸੀਂ ਰੱਜ ਗਏ ਹਾਂ। ਹੁਣ ਸਾਨੂੰ ਸੰਸਾਰ ਦੇ ਕਿਸੇ ਪਦਾਰਥ ਦੀ ਕੋਈ ਨਾ ਭੁੱਖ ਰਹਿ ਗਈ, ਨਾ ਤਮਾ ਰਹਿ ਗਈ, ਨਾ ਪਿਆਸ ਰਹਿ ਗਈ ਹੈ। ਜਿਨ ਕਿਨੈ ਪਾਇਆ ਸਾਧ ਸੰਗਤੀ, ਪੂਰਾ ਭਾਗ ਬੈਰਾਗ। ਹਾਂ, ਹੁਣ 3-4 ਗੱਲਾਂ ਗੁਰੂ ਮਹਾਰਾਜ ਜੀ ਨੇ ਕਹੀਆਂ। ਇੱਕ ਤਾਂ ਹੈਗਾ ਬੈਰਾਗ, ਇੱਕ ਹੈਗਾ ਸਾਧ ਸੰਗਤੀ, ਇੱਕ ਹੈਗਾ ਪੂਰਾ ਭਾਗ। ਵੀ ਮਹਾਰਾਜ ਕਹਿੰਦੇ ਜਿਨ ਕਿਨੈ ਪਾਇਆ, ਜਿਸ ਕਿਸੇ ਨੇ ਬੈਰਾਗ ਨੂੰ ਪਾਇਆ ਨਾ, ਇੱਕ ਤਾਂ ਉਹਦੇ ਵੱਡੇ ਭਾਗ ਹਨ, ਫਿਰ ਵੱਡੇ ਭਾਗਾਂ ਕਰਕੇ ਸਾਧ ਸੰਗਤੀ, ਉਹਨੂੰ ਸਾਧ ਸੰਗਤ ਪ੍ਰਾਪਤ ਹੋਈ ਹੈ, ਫਿਰ ਉਹਨੂੰ ਬੈਰਾਗ ਪੈਦਾ ਹੋਇਆ। ਫਿਰ ਸੁਣੋ, ਜਿਨ ਕਿਨੈ ਪਾਇਆ ਸਾਧ ਸੰਗਤੀ, ਜਿਸ ਕਿਸੇ ਨੇ ਵੀ ਬੈਰਾਗ ਪ੍ਰੇਮ ਨੂੰ ਪਾਇਆ ਹੈ ਤਾਂ ਉਹਨੂੰ ਸਾਧ ਸੰਗਤ ਪ੍ਰਾਪਤ ਹੋਈ ਹੈ। ਤਾਂ ਸਾਧ ਸੰਗਤ ਪ੍ਰਾਪਤ ਤਾਂ ਹੋਈ, ਪੂਰਾ ਭਾਗ, ਉਹਦੇ ਵੱਡੇ ਭਾਗ ਸਨ, ਪੂਰੇ ਭਾਗ ਸਨ। ਮਨ ਮੁਖ ਬਿਰਹਿ ਫਿਰਹਿ ਨ ਜਾਣ ਹੈ, ਸਤਿਗੁਰੂ ਹਉਮੈ ਅੰਦਰ ਲਾਗ। ਪਰ ਮਹਾਰਾਜ ਜੀ ਕਹਿੰਦੇ ਜਿਹੜੇ ਮਨਮੁਖ ਹੈ ਨਾ, ਉਹ ਦਿਨ ਪਰ ਰਾਤ ਦੌੜੇ ਫਿਰਦੇ ਆ, ਇੱਧਰ ਉੱਧਰ ਫਿਰਦੇ ਰਹਿੰਦੇ ਹਨ। ਉਹ ਸਤਿਗੁਰੂ ਨਾ ਜਾਣ ਹੈ, ਸਤਿਗੁਰੂ ਨੂੰ ਜਾਣਦੇ ਨਹੀਂ, ਸਤਿਗੁਰੂ ਦੀ ਬਾਣੀ ਨੂੰ ਨਹੀਂ ਜਾਣਦੇ, ਸਤਿਗੁਰੂ ਦੀ ਬਾਣੀ ਦੇ ਉਪਦੇਸ਼ ਨੂੰ ਨਹੀਂ ਜਾਣਦੇ। ਕਿਉਂ ਨਹੀਂ ਜਾਣਦੇ? ਹਉਮੈ ਅੰਦਰ ਲਾਗ, ਉਹਨਾਂ ਦੇ ਅੰਦਰ ਹਉਮੈ ਦੀ ਲਾਗ ਲੱਗੀ ਹੋਈ ਹੈ, ਉਹਨਾਂ ਦੇ ਅੰਦਰ ਹਉਮੈ ਦੀ ਇੱਕ ਲਹਿਰ ਵਿਆਪ ਗਈ ਹੈ, ਉਹਨਾਂ ਦਾ ਅੰਦਰ ਹਉਮੈ ਦੀ ਬਿਮਾਰੀ ਦੇ ਨਾਲ ਬਿਮਾਰ ਹੋ ਗਿਆ, ਹਉਮੈ ਨਾਲ ਅੰਦਰ ਭਰਿਆ ਹੋਇਆ ਹੈ। ਇਸ ਕਰਕੇ ਮਨਮੁਖ ਫਿਰ ਹੈ ਨਾ ਜਾਣ ਹੈ ਸਤਿਗੁਰ, ਫਿਰ ਸਤਿਗੁਰੂ ਨੂੰ ਜਾਣਦੇ ਨਹੀਂ ਹਨ। ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ, ਬਿਨ ਪੈ ਕੇ ਹੀ ਲਾਗ। ਮਹਾਰਾਜ ਸਾਹਿਬ ਜੀ ਕਹਿੰਦੇ, ਤੀਸਰੇ ਧੰਨ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ, ਸ਼ਬਦ ਨੂੰ ਸਿਮਰਿਆ ਹੈ, ਸ਼ਬਦ ਦੇ ਵਿੱਚ ਰਤੇ ਗਏ ਹੈ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਇਹ ਆਪਣੇ ਚੋਲੇ ਨੂੰ, ਆਪਣੇ ਹਿਰਦੇ ਨੂੰ, ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਰੱਬ ਲੱਭ ਰੰਗਾਏ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉ ਧਨ ਸੇਜੈ ਜਾਏ। ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਹੋ ਸਦ ਕੁਰਬਾਨੈ ਜਾਓ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੜੇ ਰਤੜੇ ਪਿਆਰੇ, ਜਿਨ ਕੇ ਚੋਲੇ ਰਤੜੇ ਪਿਆਰੇ, ਕਾਂਤ ਤਿਨਾ ਕੈ ਪਾਸ। ਧੂੜ ਤਿਨਾ ਕੀ ਜੇ ਮਿਲੈ ਜੀ, ਕਹ ਨਾਨਕ ਕੀ ਅਰਦਾਸ। ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਦੀ ਕਮਾਈ ਕੀਤੀ ਤੇ ਆਪਣੇ ਆਪ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਨਾਲ ਇਹ ਚੋਲੇ ਨੂੰ ਰੰਗ ਲਿਆ, ਹਿਰਦੇ ਨੂੰ ਰੰਗ ਲਿਆ। ਮਹਾਰਾਜ ਜੀ ਕਹਿੰਦੇ ਪਰ ਇੱਕ ਗੱਲ ਹੈ, ਨਾਮ ਦੇ ਨਾਲ ਰੰਗ ਤਾਂ ਲਿਆ, ਸ਼ਬਦ ਵਿੱਚ ਰੰਗੇ ਤਾਂ ਗਏ, ਰੱਤੇ ਤਾਂ ਗਏ ਸ਼ਬਦ ਦੇ ਨਾਲ, ਪਰ ਬਿਨ ਭੈ ਕੇ ਹੀ ਲਾਗ। ਇਹ ਜਿਹੜਾ ਨਾਮ ਦਾ ਰੰਗ ਹੈ, ਪ੍ਰੇਮ ਹੈ, ਇਹ ਬਗੈਰ ਭੈ ਤੋਂ ਨਹੀਂ ਲੱਗ ਸਕਦਾ ਕਿਸੇ ਨੂੰ। ਜੇ ਅੰਦਰ ਭੈ ਹੋਵੇਗਾ ਫੇਰ ਨਾਮ ਦਾ ਰੰਗ ਲੱਗੇਗਾ। ਜਿਨ ਭਉ ਤਿਨਾ ਭਾਉ, ਜਿਨ ਮਨ ਭਉ ਤਿਨਾ ਮਨ ਭਾਉ। ਜਿਨ੍ਹਾਂ ਦੇ ਅੰਦਰ ਡਰ ਹੈ ਨਾ ਵਾਹਿਗੁਰੂ ਦਾ, ਸਤਿਗੁਰੂ ਦਾ, ਉਹਨਾਂ ਦੇ ਅੰਦਰ ਹੀ ਸਤਿਗੁਰੂ ਦਾ ਪ੍ਰੇਮ ਹੈ।
ਬਗੈਰ ਡਰ ਤੋਂ ਪ੍ਰੇਮ ਨਹੀਂ ਲੱਗ ਸਕਦਾ। ਮਹਾਰਾਜ ਕਹਿੰਦੇ ਬਿਨ ਭੈ ਕੇਹੀ ਲਾਗ, ਬਗੈਰ ਡਰ ਤੋਂ ਕਿ ਆਪਣਾ ਜੀਵਨ ਸਤਿਗੁਰੂ ਦੇ ਡਰ ਵਿੱਚ, ਸਤਿਗੁਰੂ ਦੇ ਭੈ ਵਿੱਚ, ਕਿ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਇਹ ਸਵਾਸ ਦਿੱਤੇ, ਇੱਕ ਇੱਕ ਕਰਕੇ ਬਤੀਤ ਹੁੰਦੇ ਜਾ ਰਹੇ ਹੈ। ਇਹ ਜਾ ਰਹੇ ਹੈ, ਮੌਤ ਸਾਡੇ ਸਿਰ ਤੇ ਖੜੀ ਆ ਕੇ, ਪਤਾ ਨਹੀਂ ਕਦੋਂ ਇੱਥੋਂ ਚਲੇ ਜਾਣਾ ਹੈ। ਤਾਂ ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੀਏ, ਬੜਾ ਸੰਭਲ ਕੇ ਜੀਵਨ ਜਿਉਈਏ, ਫੂਕ ਫੂਕ ਕੇ ਪੈਰ ਰੱਖੀਏ, ਲਾਪਰਵਾਹੀ ਬੇਪਰਵਾਹੀ ਜੀਵਨ ਦੀ ਛੱਡ ਦਈਏ। ਐਸਾ ਡਰ ਰੱਖਾਂਗੇ ਨਾ, ਫਿਰ ਪ੍ਰੇਮ ਦੀ ਲਾਗ ਲੱਗੇਗੀ, ਫਿਰ ਪ੍ਰੇਮ ਦਾ ਰੰਗ ਲੱਗੇਗਾ, ਫਿਰ ਬੈਰਾਗ ਹੋਵੇਗਾ ਹਿਰਦੇ 'ਚ, ਫਿਰ ਉਦਾਸ ਹੋਵੇਗਾ ਜੀਵਨ। ਜੇ ਨਹੀਂ ਹੋਵੇਗਾ ਭੈ, ਫਿਰ ਨਹੀਂ ਉਦਾਸ ਬੈਰਾਗ ਤੇ ਪ੍ਰੇਮ ਹੋਵੇਗਾ। ਇਸ ਕਰਕੇ ਸਦਾ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰੀ ਤੇ ਹਜ਼ੂਰੀ ਸੰਗਤ ਜੀ ਦੋ ਚੀਜ਼ਾਂ ਹਨ। ਹਾਜ਼ਰ ਹੋ ਸਕਦੇ ਹਾਂ, ਹਜ਼ੂਰੀ 'ਚ ਬੈਠਣਾ, ਹਜ਼ੂਰੀ ਵਿੱਚ ਰਹਿਣਾ ਇਹ ਬਹੁਤ ਔਖਾ ਹੈ। ਸਰੀਰ ਸਾਡਾ ਹਾਜ਼ਰ ਹੋ ਸਕਦਾ, ਉਹਨੂੰ ਅਸੀਂ ਹਾਜ਼ਰ ਕਹਿੰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਉਹ ਪਹਿਰੇਦਾਰ ਖੜੇ ਸਨ ਸਿੱਖ, ਤੇ ਕੁਝ ਸਿੱਖ ਬਾਹਰ ਡਰਾਮਾ ਦੇਖਣ, ਤਮਾਸ਼ਾ ਦੇਖਣ ਚਲੇ ਗਏ। ਉਹ ਚੋਰੀ ਵਿੱਚ ਗਏ, ਚੋਰੀ ਗਏ, ਸਤਿਗੁਰੂ ਤੋਂ ਪੁੱਛ ਕੇ ਨਹੀਂ ਗਏ। ਉਹ ਡਰਦੇ ਰਹੇ ਵੀ ਜੇ ਮਹਾਰਾਜ ਜੀ ਨੂੰ ਪਤਾ ਲੱਗ ਗਿਆ ਕੱਲ੍ਹ ਨੂੰ ਪਤਾ ਨਹੀਂ ਕੀ ਬਣੇਗਾ, ਸਤਿਗੁਰੂ ਤਾੜਨਾ ਕਰਨਗੇ। ਪਰ ਜਿਹੜੇ ਪਹਿਰੇ ਤੇ ਖੜੇ ਸਨ ਸਤਿਗੁਰੂ ਦੀ ਹਜ਼ੂਰੀ 'ਚ, ਤੇ ਉਹਨਾਂ ਦਾ ਖਿਆਲ ਉਹ ਡਰਾਮੇ ਵਿੱਚ ਰਿਹਾ ਵੀ ਸ਼ਾਇਦ ਅਸੀਂ ਜਾਂਦੇ ਤਾਂ ਇਹੋ ਜਿਹਾ ਹੁੰਦਾ, ਉਹ ਡਰਾਮਾ ਤਮਾਸ਼ਾ ਇਹੋ ਜਿਹਾ ਹੁੰਦਾ। ਜੋ ਸਵੇਰ ਹੋਈ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੱਦ ਲਏ ਦੋਵੇਂ ਹੀ, ਉਹ ਵੀ ਸੱਦ ਲਏ ਜਿਹੜੇ ਪਹਿਰੇ ਤੇ ਸਨ, ਉਹ ਵੀ ਸੱਦ ਲਏ ਜਿਹੜੇ ਤਮਾਸ਼ਾ ਦੇਖਣ ਗਏ ਸਨ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ। ਜਿਹੜੇ ਇੱਥੇ ਖੜੇ ਸਨ ਉਹ ਸਾਰੇ ਗੈਰ ਹਾਜ਼ਰ ਸਨ, ਜਿਹੜੇ ਗੈਰ ਹਾਜ਼ਰ ਸਨ ਉਹਨਾਂ ਦਾ ਮਨ ਇੱਥੇ ਰਿਹਾ। ਅਸੀਂ ਸਰੀਰ ਕਰਕੇ ਹਾਜ਼ਰੀ ਵਿੱਚ ਜ਼ਰੂਰ ਹਾਂ, ਪਰ ਹਜ਼ੂਰੀ ਵਿੱਚ ਨਹੀਂ। ਹਜ਼ੂਰੀ ਵਿੱਚ ਉਦੋਂ ਹੋਵਾਂਗੇ ਜਦੋਂ ਸਾਡਾ ਮਨ ਇੱਥੇ ਹੋਵੇਗਾ। ਸਾਨੂੰ ਯਾਦ ਵੀ ਨਾ ਰਵੇ ਗੁਰੂ ਦੀ ਹਜ਼ੂਰੀ ਵਿੱਚ ਬੈਠਿਆਂ ਕਿ ਸਰੀਰ ਸਾਡਾ ਕਿੱਥੇ ਹੈ, ਇਹ ਸੰਸਾਰ ਕਿੱਥੇ ਵੱਸਦਾ। ਜੇ ਮਨ ਹਜ਼ੂਰੀ ਵਿੱਚ ਫਿਰ ਹਾਜ਼ਰ ਹਾਂ, ਕੱਲਾ ਸਰੀਰ ਹਾਜ਼ਰ ਜ਼ਰੂਰ ਹੈ। ਇਸ ਕਰਕੇ ਯਤਨ ਕਰੀਏ ਗੁਰੂ ਦੀ ਹਜ਼ੂਰੀ ਵਿੱਚ ਰਹਿਣ ਦਾ ਤੇ ਗੁਰੂ ਦਾ ਭੈ ਮੰਨਣ ਦਾ, ਤਾਂ ਕਿ ਨਾਮ ਦਾ ਰੰਗ ਲੱਗ ਸਕੇ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਮਨ ਮੁਖ ਫਿਰੈ ਨ ਜਾਣੈ ਹੈ, ਸਤਿਗੁਰੂ ਹਉਮੈ ਅੰਦਰ ਲਾਗ। ਨਾਨਕ ਸ਼ਬਦ ਰਤੇ ਹਰ ਨਾਮ ਰਗਾਏ, ਬਿਨ ਪੈ ਕੇਹੀ ਲਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।